ਵਾਹਿਗੁਰੂ ਜੀ। ਗੁਰੂ ਨਾਨਕ ਭਾਗ ਪੰਕਜ ਬੰਦਨ, ਭਾਗ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਹਿਰਦੈ ਨਿਤ ਧਿਆਵਉ, ਹਿਰਦੈ ਨਿਤ ਧਿਆਵਉ। ਸ੍ਰੀ ਗੁਰੂ ਰਾਮਦਾਸ ਗੁਣ ਗਾਵਉ। ਗੁਰੂ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਹਰਿ ਗੋਬਿੰਦ ਸੁਭ ਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਧਰਮ ਧਰਾ ਪਰ ਪੁਨ ਪੁਨ ਸੀਸਾ, ਵਾਹਿਗੁਰੂ ਪੁਨ ਪੁਨ ਸੀਸਾ। ਬੰਦੋਂ ਬਾਰੰਬਾਰ ਜਗਦੀਸਾ। ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਨੁਖ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰਿ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਣਨ ਪਰ ਧਾਰ। ਏਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਮੋਚਤ ਲੋਚਨ ਬੂੰਦਨ ਨੀਰਾ। ਕਹਿਤ ਬਚਨ ਕੋ ਹੋਤ ਆਧੀਰਾ। ਸੁਨ ਪਿਤ ਭਲੇ ਸੰਗ ਹੋਂ ਲਾਈ, ਜਿਹ ਨਿਕੇਤ ਕੀ ਚਿੰਤ ਨ ਕਾਈ। ਮੋਚਤ ਲੋਚਨ ਬੂੰਦਨ ਨੀਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਪਤਿਤ ਪਾਵਨ, ਭਗਤ ਵਚਲ ਕਿਰਪਾ ਦੇ ਖਜ਼ਾਨੇ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਪਾਤਸ਼ਾਹ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਸਵਾਰੀ ਸਾਧ ਸੰਗਤ ਜੀਓ। ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕੀਤੀ ਹੈ। ਪ੍ਰਾਚੀਨ ਧਾਰਮਿਕ ਲੋਕਾਂ ਨੇ ਗ੍ਰਸਤ ਮਾਰਗ ਨੂੰ ਇੱਕ ਅੰਧਾ ਖੂਹ ਕਹਿ ਕੇ ਨਿੰਦਿਆ ਸੀ। ਆਪ ਇਕਾਂਤਵਾਸ ਹੋ ਕੇ ਸਾਧਨ ਸਿੱਧੀ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਕਿ ਵਾਹਿਗੁਰੂ ਪਰਮੇਸ਼ਰ ਨੂੰ ਮਿਲਣ ਦਾ ਮਾਰਗ ਇਹੀ ਹੈ। ਪਰ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਬਖਸ਼ਿਸ਼ ਕੀਤੀ। ਦਾਤਾਰ ਪਾਤਸ਼ਾਹ ਜੀ ਦੇ ਨਾਲ ਇਹ ਸਿੱਧ ਲੋਕਾਂ ਨੇ ਜੋ ਇਸ ਗੱਲ ਦੇ ਧਾਰਨੀ ਸਨ, ਗੁਰੂ ਨਾਨਕ ਸਾਹਿਬ ਦੇ ਨਾਲ ਜਦੋਂ ਇਹਨਾਂ ਨੇ ਕੋਈ ਵਿਚਾਰਾਂ ਕੀਤੀਆਂ ਤੇ ਗੁਰੂ ਪਾਤਸ਼ਾਹ ਜੀ ਨੇ ਇਹਨਾਂ ਨੂੰ ਕਿਹਾ ਸੀ, ਗੋਰਖਨਾਥ ਤੇ ਸਿੱਧ ਮੰਡਲੀ ਨੂੰ, ਕਿ ਦੇਖੋ ਠੀਕ ਹੈ ਤੁਸੀਂ ਗ੍ਰਸਤ ਨੂੰ ਨਿੰਦ ਦਿੱਤਾ, ਮਾੜਾ ਕਹਿ ਕੇ ਛੱਡ ਕੇ ਤੁਸੀਂ ਕਿਨਾਰਾ ਕਸ਼ੀ ਤਾਂ ਕਰ ਗਏ, ਪਰ ਹਜੂਰ ਕਹਿੰਦੇ ਗੁਜ਼ਾਰਾ ਤੁਹਾਡਾ ਫਿਰ ਵੀ ਨਾ ਹੋਇਆ। ਜੋਈ ਅਨਿੰਦ ਨਿੰਦ ਕਰ ਛੋੜਿਓ,
ਫੇਈ ਸੇਈ ਫਿਰ ਖਾਤ, ਨਾ ਨਿੰਦਣੇ ਜੋਗ ਇਸ ਮਾਰਗ ਨੂੰ। ਤੁਸੀਂ ਨਿੰਦਾ ਕਰਕੇ ਮਾੜਾ ਕਹਿ ਕੇ ਛੱਡ ਦਿੱਤਾ, ਤੇ ਫਿਰ ਹੱਥਾਂ 'ਚ ਚਿੱਪੀਆਂ ਫੜ ਕੇ ਤੇ ਉਹਨਾਂ ਗ੍ਰਸਤੀਆਂ ਕੋਲੋਂ ਜਾ ਕੇ ਮੰਗਦੇ ਹੋ, ਤੇ ਫਿਰ ਦੱਸੋ ਚੰਗਾ ਕੌਣ ਹੋਇਆ। ਤੋ ਸ਼ਹਿਨਸ਼ਾਹ ਪਿਤਾ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਨੇ ਧਾਰਮਿਕ ਦੁਨੀਆ ਦੇ ਅੰਦਰ ਇੱਕ ਵੱਡਾ ਇਨਕਲਾਬ ਸੀ, ਜੋ ਇਹ ਗੱਲ ਨੂੰ ਦੁਨੀਆ 'ਚ ਪ੍ਰਕਾਸ਼ ਦੇਣਾ ਕਿ ਭਾਈ ਗ੍ਰਸਤ ਵਿੱਚ ਰਹਿ ਕੇ ਹੀ ਰੱਬ ਦੀ ਪ੍ਰਾਪਤੀ ਠੀਕ ਹੋ ਸਕਦੀ ਹੈ। ਸਰਬ ਧਰਮ ਮੈਂ ਗ੍ਰਸਤ ਪ੍ਰਧਾਨ ਦੀ ਗੱਲ ਗੁਰੂ ਨਾਨਕ ਸਾਹਿਬ ਜੀ ਨੇ ਸਿਰਫ ਕਿਨਾਰੇ ਰਹਿ ਕੇ ਸਮਝਾਈ ਨਹੀਂ, ਆਪ ਜੀ ਨੇ ਆਪ ਹੰਢਾ ਕੇ ਸਾਨੂੰ ਦੱਸਿਆ। ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕੀਤੀ ਹੈ। ਆਪਣੇ ਆਨੰਦ ਕਾਰਜ ਤੋਂ ਬਾਅਦ ਗ੍ਰਸਤ ਧਰਮ ਦੇ ਵਿੱਚ ਹੋ ਕੇ ਹਜੂਰ ਪਾਤਸ਼ਾਹ ਸੁਲਤਾਨਪੁਰ ਸਾਹਿਬ ਦੇ ਵਿੱਚ ਨਿਵਾਸ ਕੀਤਾ ਹੈ। ਬੇਬੇ ਨਾਨਕੀ ਜੀ, ਭਈਆ ਜੈ ਰਾਮ ਜੀ ਨੇ ਬੜੀ ਸੇਵਾ ਕੀਤੀ ਹੈ। ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣਾ ਵੱਖਰਾ ਘਰ ਵਸਾ ਲਿਆ ਹੈ। ਸਭ ਵਸਤੂਆਂ ਘਰ ਵਿੱਚ ਹਨ। ਸੋ ਗੋਲੀਆਂ ਸੇਵਕ ਘਰ ਵਿੱਚ ਨੇ। ਸਾਡੇ ਮਾਤਾ ਸੁਲੱਖਣੀ ਜੀ ਨੂੰ ਕਿਸੇ ਪਦਾਰਥ ਦੀ ਕਮੀ ਨਹੀਂ ਰਹਿਣ ਦਿੱਤੀ। ਗਰੀਬ ਨਵਾਜ ਪਾਤਸ਼ਾਹ ਜੀ ਹੱਟ ਸਾਹਿਬ ਤੇ ਹਨ, ਪਰਮੇਸ਼ਰ ਰੂਪ ਹਨ। ਅੰਤਰਜਾਮੀ ਦਾਤਾਰ ਜੀ ਹੁਣ ਜਿਸ ਵੇਲੇ ਇਸ ਤਰ੍ਹਾਂ ਦੇ ਨਾਲ ਆਪ ਬਖਸ਼ਿਸ਼ਾਂ ਕਰ ਰਹੇ ਨੇ, ਹੁਣ ਕਿਉਂਕਿ ਸਾਡੇ ਜਗਤ ਮਾਤਾ ਸੁਲੱਖਣੀ ਜੀ ਸੰਸਾਰਾਕਾਰੀ ਲੋਕਾਂ ਦੇ ਘਰ ਚੋਂ ਪਲ ਕੇ ਆਏ ਨੇ, ਅਜੇ ਸੁਰਤ ਜਿਹੜੀ ਸੀ ਬ੍ਰਹਮਾਕਾਰ ਨਹੀਂ ਸੀ। ਇਸ ਲਈ ਮਨ ਦੇ ਵਿੱਚ ਹੀ ਆਪਣੇ ਮਨ ਦੇ ਪ੍ਰਭਾਵਾਂ ਨਾਲ ਸੋਚ ਕੇ ਪਰੇਸ਼ਾਨ ਸਨ। ਸੋ ਜਾ ਕਰਕੇ ਬੇਬੇ ਨਾਨਕੀ ਜੀ ਦੇ ਨਾਲ ਵੀ ਆਪਣੇ ਇਤਰਾਜ਼ ਵਗੈਰਾ ਕਰਨੇ, ਬੇਬੇ ਜੀ ਨੇ ਸਮਝਾਉਣਾ। ਖੈਰ ਸਤਿਗੁਰਾਂ ਦੇ ਸਤਿਕਾਰਯੋਗ ਸਹੁਰਾ ਸਾਹਿਬ ਜੀ ਮੂਲ ਚੰਦ ਜੀ 2 ਮਹੀਨੇ ਬਾਅਦ ਮਿਲਣ ਵਾਸਤੇ ਆਏ ਨੇ। ਆਪਣੀ ਬੱਚੀ ਦੇ ਘਰ ਵਿੱਚ ਗਏ ਨੇ ਤਾਂ ਦੇਖ ਕਰਕੇ ਸੋ ਜਿੱਥੇ ਮਨ ਖੁਸ਼ ਹੋਇਆ, ਉੱਥੇ ਮਨ ਦੇ ਜਿਹੜੇ ਦਰਦ ਸਨ ਉਹ ਵੀ ਪ੍ਰਗਟ ਕੀਤੇ। ਪਿਤਾ ਜੀ ਦੇ ਨਾਲ ਮਨ ਦੇ ਹਾਵ ਭਾਵ ਜੋ ਸਨ, ਦੁੱਖ ਤਕਲੀਫਾਂ ਸਨ, ਸਾਂਝੀਆਂ ਕੀਤੀਆਂ ਨੇ, ਵਿਰਾਗ ਕੀਤਾ ਹੈ। ਹੁਣ ਧੰਨ ਗੁਰੂ ਨਾਨਕ ਪਾਤਸ਼ਾਹ ਜੀ, ਸੋ ਉਹਨਾਂ ਨੂੰ ਇੱਕ ਘਰ ਦਾ ਨਹੀਂ ਸਮੁੱਚੇ ਸੰਸਾਰ ਘਰ ਦਾ ਫਿਕਰ ਹੈ, ਸਭ ਦਾ ਭਲਾ ਕਰਨਾ ਹੈ। ਤੋ ਜਿਸ ਤਰੀਕੇ ਦੇ ਨਾਲ ਮੇਰੇ ਧੰਨ ਸ਼ਹਿਨਸ਼ਾਹ ਪਿਤਾ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ, ਜੋ ਗ੍ਰਸਤ ਧਰਮ ਦੀ ਜਿੱਥੇ ਪ੍ਰਧਾਨਤਾ ਹੈ, ਉਸ ਦੀ ਸਫਲਤਾ ਦਾ ਵੀ ਮਾਰਗ ਗੁਰੂ ਪਾਤਸ਼ਾਹ ਜੀ ਪ੍ਰਗਟਾ ਰਹੇ ਨੇ। ਜਿਸ ਤਰ੍ਹਾਂ ਦੁਨੀਆ ਨੇ ਇਹ ਸੰਸਾਰਕ ਸੰਬੰਧ ਪਤੀ ਸਤੀ ਦਾ ਮੇਲ ਗ੍ਰਸਤ ਨੂੰ ਸਮਝਿਆ, ਗੁਰੂ ਨਾਨਕ ਸਾਹਿਬ ਨੇ ਇਹਦੇ ਵਿੱਚ ਉੱਚਾ ਆਦਰਸ਼ ਪੇਸ਼ ਕੀਤਾ ਹੈ। ਤਾਂ ਆਓ ਪਿਆਰ ਪੂਰਵਕ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਸ੍ਰੀ ਸੁਲਤਾਨਪੁਰ ਸਾਹਿਬ ਜੀ ਵਿਖੇ ਹੱਟ ਸਾਹਿਬ ਬੈਠ ਕਰਕੇ ਮੋਦੀ ਖਾਨੇ ਦੀ ਕਾਰ ਕਰਦੇ ਹੋਏ ਹਜੂਰ ਜੀ ਨੇ ਸਾਨੂੰ ਇਹ ਸਬਕ ਦਿੱਤਾ, ਇਹ ਸਿੱਖਿਆ ਦਿੱਤੀ ਹੈ ਕਿ ਗੁਰੂ ਦਾ ਸਿੱਖ ਕਿਰਤ ਕਰੇ, ਉਸ ਦੀ ਕਿਰਤ ਵਿੱਚ ਕਦੇ ਪਰਮੇਸ਼ਵਰ ਦੀ ਕੀਰਤੀ ਨਾ ਭੁੱਲੇ ਤਾਂ ਉਹ ਕਿਰਤ ਸਫਲ ਹੈ। ਖੇਤੀ ਵਣਜ ਸਭ ਹੁਕਮ ਹੈ, ਹੁਕਮੇ ਮਨ ਵੱਡਿਆਈ। ਮਹਾਰਾਜ ਕਹਿੰਦੇ ਕਰਕੇ ਦਿਖਾਇਆ, ਕਹਿੰਦੇ ਭਾਈ ਕਿਰਤ ਕਰਨੀ ਹੈ, ਸੰਸਾਰ ਦੀ ਰੋਜੀ ਵਾਸਤੇ, ਸਰੀਰ ਦੀ ਜ਼ਰੂਰਤ ਵਾਸਤੇ ਕਿਰਤ ਕਰਨੀ ਹੈ, ਪਰ ਮਨ ਕਰਕੇ ਉਸ ਵਾਹਿਗੁਰੂ ਜੀ ਦੇ ਜਸ ਵਿੱਚ, ਉਹਦੇ ਸਿਮਰਨ ਵਿੱਚ, ਉਹਦੀਆਂ ਸਿਫਤਾਂ ਵਿੱਚ ਜੁੜਨਾ। ਤਾਂ ਹਜੂਰ ਜੁੜੇ ਹੋਏ ਨੇ, ਬਖਸ਼ਿਸ਼ ਕਰ ਰਹੇ ਨੇ। ਆਓ ਪਿਆਰ ਪੂਰਵਕ ਸ਼ਹਿਨਸ਼ਾਹ ਪਿਤਾ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਦੇ ਇਹ ਅਚਰਜ ਕੌਤਕ ਹਨ, ਤੇ ਇਹਨਾਂ ਨੂੰ ਇਸ ਪਾਵਨ ਪਵਿੱਤਰ ਇਤਿਹਾਸ ਦੀ ਲੜੀ ਵਿੱਚ ਸਰਵਣ ਕਰੀਏ, ਗੁਰੂ ਚਰਨਾਂ 'ਚ ਮਨ ਜੋੜੀਏ, ਮੁਖ ਨੂੰ ਪਵਿੱਤਰ ਕਰੀਏ, ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਜੀ। ਮੋਚਤ ਲੋਚਨ ਬੂੰਦਨ ਨੀਰਾ। ਸੋ ਸਾਡੇ ਜਗਤ ਮਾਤਾ ਸੁਲੱਖਣੀ ਦੇ ਸਤਿਕਾਰਯੋਗ ਪਿਤਾ ਮੂਲ ਚੰਦ ਜੀ ਆਏ ਨੇ, ਘਰ ਵਿੱਚ ਪ੍ਰਵੇਸ਼ ਕੀਤਾ ਸੁਲਤਾਨਪੁਰ ਸਾਹਿਬ। ਸੋ ਸੁਪੁੱਤਰੀ ਨੇ ਉੱਠ ਕਰਕੇ ਪਿਤਾ ਜੀ ਦੇ ਗਲ ਲੱਗ ਕਰਕੇ ਵੈਰਾਗ ਕੀਤਾ ਹੈ। ਸੋ ਨੇਤਰਾਂ ਤੋਂ ਅੰਸੂ ਵਗਾਏ ਹਨ। ਕਹਿਤ ਬਚਨ ਕੋ ਹੋਤ ਅਧੀਰਾ। ਹੁਣ ਜੋ ਬਚਨ ਮੰਨਦੇ
ਜੈਸੇ ਮਨ ਦੇ ਵਿਚਾਰ ਨੇ ਪ੍ਰਗਟਾਉਂਦੇ ਹੋਏ ਧੀਰਜ ਤੋਂ ਰਹਿਤ ਹੋ ਕਰਕੇ ਆਪਣੇ ਪਿਤਾ ਜੀ ਨੂੰ ਸੁਣਾਉਂਦੇ ਹਨ। ਸੁਨ ਪਿਤ ਭਲੇ ਸੰਗ ਹਉ ਲਾਈ। ਤੇ ਕੀ ਮਨ ਦੇ ਵਿਚਾਰ ਪ੍ਰਗਟ ਕੀਤੇ ਨੇ। ਪਿਤਾ ਜੀ ਦੇਖੋ, ਤੁਸੀਂ ਚੰਗੇ ਪੁਰਖ ਦੇ ਲੜ ਮੈਨੂੰ ਲਾਇਆ ਹੈ। ਜਿਹ ਨਿਕੇਤ ਕੀ ਚਿੰਤ ਨ ਕਾਈ। ਉਹਨਾਂ ਨੂੰ ਘਰ ਦੀ ਕਦੇ ਚਿੰਤਾ ਹੀ ਨਹੀਂ ਹੈ। ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਕਦੇ ਘਰ ਦਾ ਫਿਕਰ ਕੀਤਾ ਹੀ ਨਹੀਂ ਉਹਨਾਂ ਨੇ। ਕਰ ਸਨ ਬੰਦ ਡੋਬ ਤੁਮ ਦੀਨੀ। ਮੇਰਾ ਤਾਂ ਸੰਬੰਧ ਕਰਕੇ, ਮੇਰਾ ਇਹਨਾਂ ਨਾਲ ਵਿਆਹ ਕਰਕੇ ਮੈਨੂੰ ਤਾਂ ਤੁਸੀਂ ਉਂਝ ਡੋਬ ਦਿੱਤਾ ਹੈ। ਪੂਰਬ ਜਨਮ ਕਰਮ ਮੈਂ ਹੀਨੀ। ਮੈਂ ਇੰਜ ਸਮਝਦੀ ਹਾਂ ਕਿ ਮੈਂ ਪੂਰਬਲੇ ਜਨਮਾਂ ਦੇ ਵਿੱਚ ਕਿਤੇ ਕਰਮ ਜਿਹੜੇ ਨੇ ਮੇਰੇ ਹੀਣੇ ਨੇ, ਮਾੜੇ ਕਰਮ ਹਨ। ਮਾਸ ਏਕ ਦੋ ਬਾਹਰ ਬਿਤਾਵ ਹੈ। ਧੰਨ ਸਤਿਗੁਰੂ ਪਾਤਸ਼ਾਹ ਪਤੀ ਪਰਮੇਸ਼ਰ ਜੀ ਇੱਕ ਇੱਕ ਮਹੀਨਾ, ਦੋ ਦੋ ਮਹੀਨੇ ਬਾਹਰ ਹੀ ਰਹਿੰਦੇ ਹਨ ਹਟ ਸਾਹਿਬ ਤੇ। ਕਬ ਨਾ ਸਦਨ ਮਹਿ ਬਦਨ ਦਿਖਾਵ ਹੈ। ਕਦੇ ਘਰ ਵਿੱਚ ਆ ਕੇ ਆਪਣਾ ਦਰਸ਼ਨ ਹੀ ਨਹੀਂ ਬਖਸ਼ਦੇ ਹਨ। ਜਿਉ ਨਿਸ ਬਸੈ ਆਨ ਪਰਦੇਸੀ। ਤੇ ਜੇ ਕਿਤੇ ਆਉਂਦੇ ਨੇ ਤੇ ਜਿਵੇਂ ਕੋਈ ਪਰਦੇਸੀ, ਕੋਈ ਪ੍ਰਾਹੁਣਾ ਘਰ ਚ ਆਉਂਦਾ, ਇਉਂ ਆਉਂਦੇ ਨੇ ਓਪਰੇ ਬਣ ਕੇ। ਔਰ ਨਿਰਮੋਹ ਰੀਤ ਤਿਹ ਤੈਸੀ। ਤੇ ਉਹਨਾਂ ਦੀ ਮਰਿਆਦਾ ਹੈ ਨਿਰਮੋਹ, ਮੋਹ ਨਹੀਂ। ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਤਾਂ ਹਰੇਕ ਗੁਰਸਿੱਖ ਦੇ ਮਨ ਚੋਂ ਮੋਹ ਹੀ ਤਾਂ ਦੂਰ ਕਰਨਾ ਹੈ। ਤੋ ਕਹਿੰਦੇ ਨੇ ਨਿਰਮੋਹ ਹੋ ਕਰਕੇ ਆਉਂਦੇ ਹਨ ਘਰ ਵਿੱਚ ਜਦੋਂ ਵੀ। ਅਨਗਨ ਧਨ ਆਪਨ ਪਰ ਆਵ ਹੈ। ਦੇਖੋ ਵੱਡਾ ਦੁੱਖ ਤਾਂ ਇਹ ਹੈ, ਹੱਟ ਸਾਹਿਬ ਤੇ ਬੈਠੇ ਨੇ, ਅਣਗਿਣਤ ਧਨ ਗੁਰੂ ਪਾਤਸ਼ਾਹ ਦੇ ਕੋਲ ਆਉਂਦਾ ਹੈ ਉੱਥੇ। ਸਰਬ ਸਦਨ ਤੇ ਬਾਹਰ ਲੁਟਾਵ ਹੈ। ਜਿੰਨਾ ਧਨ ਕਮਾਉਂਦੇ ਨੇ ਘਰ ਨਹੀਂ ਲਿਆਉਂਦੇ, ਬਾਹਰ ਹੀ ਸੋ ਦਾਨ ਪੁੰਨ ਕਰਕੇ ਵੰਡ ਦਿੰਦੇ ਹਨ। ਸੁਤੈ ਕ੍ਰਿਤ ਕੋ ਕਰਤ ਨਸੰਕਾ। ਤੇ ਮੇਰੇ ਸਤਿਗੁਰੂ ਜੀ ਕਹਿੰਦੇ ਨੇ ਸੁਤੇ ਸਿੱਧੀ ਕਿਰਤ ਕਰਦੇ ਨੇ, ਕੰਮ ਫਿਕਰ ਨਹੀਂ ਹੈ। ਜੋ ਆਉਂਦਾ ਹੈ ਦਾਨ ਪੁੰਨ ਕਰਕੇ ਵੰਡਦੇ ਹਨ। ਉਹ ਸਮਝਾਏ ਨਾ ਰਹੇ ਸਸੰਕਾ। ਤੇ ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਕੋਈ ਸਮਝਾਉਂਦਾ ਨਹੀਂ, ਸਾਰੇ ਡਰਦੇ ਨੇ ਮਹਾਰਾਜ ਤੋਂ। ਸੋ ਇਹ ਸਾਡੇ ਜਗਤ ਮਾਤ ਸੁਲੱਖਣੀ ਜੀ ਆਪਣੇ ਪਿਤਾ ਜੀ ਨੂੰ ਫਰਿਆਦਾਂ ਕਰ ਰਹੇ ਨੇ। ਗ੍ਰਸਤ ਰੀਤ ਤੇ ਨੀਤ ਕੁਟਾਲੀ। ਤੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਦੀ ਮਰਿਆਦਾ ਤਾਂ ਗ੍ਰਸਤੀਆਂ ਵਾਲਿਆਂ ਦੀ ਮਰਿਆਦਾ ਤੋਂ ਤਾਂ ਦੂਸਰੇ ਪਾਸੇ ਦੀ ਹੈ। ਮਾਨਵ ਬਨਿਓ ਫਜੂਲਨ ਸਾਲੀ। ਤੇ ਸੋਚਦੇ ਕਹਿੰਦੇ ਮੈਂ ਤਾਂ ਇਹੀ ਸਮਝ ਲਿਆ ਕਿ ਇਹ ਤਾਂ ਫਜ਼ੂਲੀ ਦਾ ਘਰ ਹੀ ਨੇ। ਫਜ਼ੂਲ ਅਜੇ ਇਹਨਾਂ ਨੂੰ ਸਮਝ ਨਹੀਂ ਪੂਰੀ ਜੋ ਗੁਰੂ ਨਾਨਕ ਸਾਹਿਬ ਨੇ ਬਖਸ਼ਣੀ ਹੈ। ਕਹਿੰਦੇ ਫਜ਼ੂਲ ਨਸਾਲੀ, ਸਭ ਕੁਝ ਜਿਵੇਂ ਫਜ਼ੂਲਾਂ ਦਾ ਘਰ ਹੈ ਵੀ ਜੋ ਕੁਝ ਫਜ਼ੂਲ ਹੀ। ਗੁਰੂ ਪਾਤਸ਼ਾਹ ਗਰੀਬਾਂ ਦੀਆਂ ਝੋਲੀਆਂ ਭਰਦੇ ਨੇ, ਰੱਬ ਦੇ ਸਿਮਰਨ ਭਗਤੀ ਕਰਨ ਵਾਲੇ ਫਕੀਰਾਂ ਨੂੰ ਢਿੱਡ ਭਰਦੇ ਨੇ, ਪਰ ਅਜੇ ਸਮਝਿਆ ਜਾ ਰਿਹਾ ਵੀ ਇਹ ਫਜ਼ੂਲ ਕੰਮ ਕਰਦੇ ਨੇ। ਕਹਿੰਦੇ ਫਜ਼ੂਲਾਂ ਦਾ ਘਰ ਬਣੇ ਹੋਏ ਨੇ। ਮੇਲੀ ਸਦਾ ਵਿਸਾਲ ਫਕੀਰਨ। ਬਸ ਇਹੀ ਗੱਲ ਹੈ, ਸਦਾ ਵਾਸਤੇ ਸਤਸੰਗੀ ਹਨ। ਕਹਿੰਦੇ ਨੇ ਫਕੀਰਾਂ ਦਾ ਸੰਗ ਕਰਦੇ ਗੁਰੂ ਸਾਹਿਬ ਜੀ। ਘਰ ਕੀ ਬੂਝੈ ਪੀਰ ਅਪੀਰ ਨਾ। ਤੇ ਘਰ ਦੀ ਆਣ ਕੇ ਪੀਰ ਦੁੱਖ ਅਪੀਰ ਸੁੱਖ, ਕੋਈ ਦੁੱਖ ਸੁੱਖ ਘਰ ਨਹੀਂ ਪੁੱਛਦੇ ਆਣ ਕਰਕੇ। ਤੇ ਮੇਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਭਾਈ ਕਿਉਂ ਭਾਈ ਜਿਹੜੇ ਫਕੀਰ ਨੇ, ਜਿਹੜੇ ਵਾਹਿਗੁਰੂ ਪਰਮੇਸ਼ਵਰ ਜੀ ਦਾ ਸਿਮਰਨ ਕਰਦੇ ਨੇ, ਪਰਮੇਸ਼ਵਰ ਦੀ ਬੰਦਗੀ ਕਰਦੇ ਨੇ, ਜਿਸ ਪਰਮੇਸ਼ਵਰ ਦੀ ਬੰਦਗੀ ਕਰਦੇ ਨੇ ਉਹੀ ਤਾਂ ਬੈਠਾ ਸੁਣਦਾ ਉਹਨਾਂ ਦੀ। ਇਸ ਵਾਸਤੇ ਪਰ ਇਸ ਗੱਲ ਨੂੰ ਸਮਝੇ ਕੌਣ। ਨਹਿ ਰੰਚਕ ਭਰ ਮਮ ਸਤਕਾਰਾ। ਤੇ ਸੋਚਦੇ ਨੇ ਮਹਾਰਾਜ ਤਾਂ ਕਹਿੰਦੇ ਮੇਰਾ ਤਾਂ ਰਾਈ ਮਾਤਰ ਵੀ ਸਤਕਾਰ ਨਹੀਂ ਕਰਦੇ ਗੁਰੂ ਨਾਨਕ ਸਾਹਿਬ ਜੀ। ਸਹੋ ਹਿਰਦੈ ਸਦ ਹੀ ਦੁਖ ਭਾਰਾ। ਬਸ ਮੈਂ ਤਾਂ ਜੀ ਇੱਥੇ ਬੈਠੀ ਭਾਰੀ ਦੁੱਖ ਹਿਰਦੇ ਵਿੱਚ ਸਹਾਰ ਰਹੀ ਹਾਂ। ਸੁਨਤ ਸੁਤਾ ਕੇ ਬੈਨ ਦੁਖਾਰੇ। ਜਿਸ ਵੇਲੇ ਦੁਖਦਾਇਕ ਬਚਨ ਪੁੱਤਰੀ ਦੇ ਸੁਣੇ ਹਨ ਪਿਤਾ ਨੇ, ਮੂਲੇ ਅਸੁਰ ਲੋਚਨ ਡਾਰੇ। ਤਾਂ ਇਹ ਗੱਲਾਂ ਸੁਣ ਕਰਕੇ ਮੂਲ ਚੰਦ ਵੀ ਸੰਸਾਰੀ ਬਿਰਤੀ ਦੇ ਮਾਲਕ ਹਨ, ਪਟਵਾਰੀ ਹਨ। ਇਸ ਵਾਸਤੇ ਉਹਨਾਂ ਦੇ ਵੀ ਨੇਤਰ ਭਰ ਆਏ ਹਨ ਬੈਰਾਗ ਨਾਲ। ਜਰ ਬਰ ਗਇਓ ਹਿਰਦੇ ਕੇ ਮਾਹੀ। ਕਹਿੰਦੇ ਸੜ ਬਲ ਗਏ ਹਿਰਦੇ ਦੇ ਵਿੱਚ। ਅਦਕ ਰੋਸ ਕਰਕੇ ਪੁਛਤਾਹੀ। ਤੇ ਬੜਾ ਮਨ ਚ ਨਾਰਾਜ਼ਗੀ ਹੈ, ਬੜਾ ਗੁੱਸਾ ਕ੍ਰੋਧ ਆਇਆ ਤੇ ਨਾਲ ਪਛਤਾਉਂਦੇ ਹਨ। ਕਾਲੂ ਕਿਆ ਮੂਲਾ ਜੋ ਕ੍ਰੋਧੀ। ਕਹਿੰਦੇ ਮਹਿਤਾ ਕਾਲੂ ਜੀ ਤਾਂ ਕੀ ਕ੍ਰੋਧੀ ਸਨ, ਮੂਲ ਚੰਦ ਤਾਂ ਉਹ ਤੋਂ ਵੀ ਵੱਧ ਕ੍ਰੋਧ ਵਾਲੇ ਹਨ। ਨਹਿ ਜਾਣੇ ਸ੍ਰੀ ਨਾਨਕ ਸੋਧੀ। ਕਿਉਂਕਿ
ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸੋਧੀ ਸੁਧ ਸਰੂਪ ਵਾਲੇ ਗੁਰੂ ਨਾਨਕ ਦੀ ਵਿਚਾਰ ਨੂੰ ਸਮਝਦੇ ਨਹੀਂ ਹਨ। ਹਿਰਦੈ ਸੁਤਾ ਕੇ ਧੀਰਜ ਦੀਨਾ, ਆਪਣੀ ਸੁਪੁੱਤਰੀ ਦੀਆਂ ਵਿਥਿਆ ਸੁਣ ਕਰਕੇ ਹੌਸਲਾ ਦਿੱਤਾ ਹੈ। ਉਠਿਓ ਆਪ ਰਿਸ ਮੈਂ ਮਨ ਲੀਨਾ, ਬੜਾ ਮਨ ਨਾਰਾਜ਼ਗੀ ਵਿੱਚ ਹੈ। ਸੁਪੁੱਤਰੀ ਦੇ ਘਰ ਵਿੱਚੋਂ ਉੱਠੇ ਹਨ ਪਿਤਾ ਜੀ। ਗਇਓ ਜੈ ਰਾਮ ਪਾਸ ਤਤਕਾਲਾ, ਝਟਪਟ ਉੱਠ ਕਰਕੇ ਗੁੱਸੇ ਦੇ ਭਰੇ ਹੋਏ ਭਈਆ ਜੈ ਰਾਮ ਜੀ ਦੇ ਘਰ ਚਲੇ ਗਏ ਹਨ। ਮੁਖ ਬੋਲਤ ਦੁਰਬਾਕ ਵਿਸਾਲਾ, ਔਰ ਗਿਆ ਹੈ ਜਾ ਕਰਕੇ ਤੋ ਮਾੜੇ ਹੀ ਨਾਰਾਜ਼ਗੀ ਦੇ ਬਚਨ ਬੋਲੇ ਹਨ ਜਾ ਕੇ। ਦੇਹ ਸ਼ਨ ਸ੍ਰੀ ਨਾਨਕ ਜੈ ਰਾਮਾ, ਤੇ ਉਸ ਵੇਲੇ ਭਈਆ ਜੈ ਰਾਮ ਜੀ ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੋਵੇਂ ਵੈਸੇ ਏਕ ਥਾਨ ਅਬ ਰਾਮਾ, ਤੋ ਸੁੰਦਰ ਸਰੂਪ ਵਾਲੇ ਸਤਿਗੁਰੂ ਪਾਤਸ਼ਾਹ ਇੱਕੋ ਹੀ ਥਾਂ ਤੇ ਇਕੱਠੇ ਬੈਠੇ ਹੋਏ ਸਨ। ਜਬਹਿ ਬਲੋਕਿਓ ਮੂਲਾ ਆਵਾ, ਜਦੋਂ ਤੱਕਿਆ ਭਈ ਮੂਲ ਚੰਦ ਜੀ ਆਏ ਹਨ। ਸਨਮਾਨਿਓ ਆਸਨ ਬੈਸਾਵਾ, ਸਤਿਕਾਰ ਕੀਤਾ ਉੱਠ ਕੇ ਸੋਹਣਾ ਆਸਣ ਦੇ ਕਰਕੇ ਬਿਠਾਇਆ ਹੈ ਜੀ। ਬੈਸਤ ਬੋਲਿਓ ਗਿਰਾ ਕਠੋਰਾ, ਤੇ ਬਹਿੰਦਿਆਂ ਸਾਰ ਹੀ ਜੋ ਮਨ ਦੇ ਭਾਵ ਸਨ ਪ੍ਰਗਟ ਕੀਤੇ, ਕੁਝ ਕਰੜੇ ਬਚਨ ਬੋਲੇ ਹਨ। ਸੁਨ ਜੈ ਰਾਮ ਤੂੰ ਦੁਸ਼ਮਨ ਮੋਰਾ, ਕਹਿਣ ਲੱਗੇ ਕਿਉਂਕਿ ਆਮ ਦੇਖੋ ਇਹੀ ਹੈ। ਕਹਿੰਦੇ ਜਿਸ ਵੇਲੇ ਵਿਚੋਲਾ ਬਣ ਕੇ ਨਾ ਕੋਈ ਰਿਸ਼ਤਾ ਤੇ ਦਿੰਦਾ ਕਰਵਾ, ਮੁੜ ਕੇ ਜਿਸ ਵੇਲੇ ਕੋਈ ਦੁੱਖ ਸੁੱਖ ਹੁੰਦਾ ਤੇ ਫਿਰ ਵਿਚੋਲੇ ਤੇ ਪਹਿਲਾਂ ਗੱਲ ਆਉਂਦੀ ਹੈ। ਭਈਆ ਜੈ ਰਾਮ ਜੀ ਨੂੰ ਕਹਿੰਦਾ ਸੁਣ ਭਾਈ ਮੇਰੀ ਗੱਲ, ਪੂਰਬ ਜਨਮ ਸਤਰਤਾ ਤੇਰੀ, ਦੱਸ ਮੇਰੇ ਨਾਲ ਕੋਈ ਪੂਰਬਲੇ ਜਨਮ ਦੀ ਦੁਸ਼ਮਣੀ ਸੀ ਤੇਰੀ, ਜਾਂ ਤੇ ਦਸਾ ਕਰੀ ਅਸ ਮੇਰੀ, ਜਿਸ ਕਰਕੇ ਤੂੰ ਮੇਰੀ ਇਹੋ ਜਿਹੀ ਹਾਲਤ ਬਣਾ ਛੱਡੀ ਹੈ। ਜਹ ਜੋ ਸਦਾ ਫਕੀਰਨ ਸੰਗੀ, ਇਹ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਨੇ, ਧੰਨ ਮੇਰੇ ਗੁਰੂ ਨਾਨਕ ਸਾਹਿਬ ਮਹਾਰਾਜ। ਸਮੁੱਚੀ ਦੁਨੀਆ ਦਾ ਭਲਾ ਕਰਨਾ, ਪਰ ਦੁਨੀਆ ਦੇਖੋ, ਦੁਨੀਆ ਨਾ ਸਾਲਾਹੇ ਜੋ ਮਰ ਵੰਜ ਸੀ, ਲੋਕਾਂ ਨਾ ਸਾਲਾਹੇ ਜੋ ਮਰ ਖਾਕ ਥੀ। ਵਾਹੋ ਮੇਰੇ ਸਾਹਿਬਾ ਵਾਹ, ਧੰਨ ਵਾਹ ਗੁਰੂ ਨਾਨਕ ਸਾਹਿਬ ਜੀ। ਕਹਿੰਦੇ ਇਹ ਜਿਹੜਾ ਸਦਾ ਹੀ ਫਕੀਰਾਂ ਦਾ ਸੰਗੀ ਬੈਠਾ ਹੈ, ਤਾਂ ਕਿ ਹੇਤ ਸੁਤਾ ਮੋਰੇ ਮੰਗੀ, ਤੇ ਉਹਨਾਂ ਵਾਸਤੇ ਤੁਸੀਂ ਮੇਰੇ ਕੋਲੋਂ ਪੁੱਤਰੀ ਮੰਗੀ, ਇਹਨਾਂ ਨਾਲ ਸੰਬੰਧ ਕੀਤਾ ਹੈ। ਬਨਹਿ ਫਕੀਰ ਏਕ ਦਿਨ ਮਾਹੀ, ਦੇਖੋ ਮੇਰੀ ਭਵਿੱਖਤ ਬਾਣੀ ਕਹਿੰਦੇ ਵੀ ਇੱਕ ਦਿਨ ਇਹਨੇ ਤਾਂ ਫਕੀਰ ਹੋ ਜਾਣਾ, ਇਹਨੇ ਸਾਧ ਬਣ ਜਾਣਾ ਹੈ। ਰੁਚਿਤ ਕਰਹਿ ਸਭ ਸੰਸੇ ਨਾਹੀ, ਕਹਿੰਦੇ ਇਹ ਕੋਈ ਸ਼ੰਕਾ ਨਹੀਂ, ਜਿੱਧਰ ਕਿਸੇ ਦੀ ਰੁਚੀ ਹੁੰਦੀ ਆ, ਜਿੱਧਰ ਕਿਸੇ ਦਾ ਪ੍ਰੇਮ ਹੁੰਦਾ ਉਧਰ ਹੀ ਜਾਂਦਾ ਹੈ। ਜਾ ਕੋ ਜਾਸੋ ਲਾਗਿਓ ਹਿਤਾ, ਦੇਖੋ ਜਿੱਧਰ ਕਿਸੇ ਦਾ ਹਿੱਤ ਪ੍ਰੇਮ ਲੱਗ ਗਿਆ ਸਮਝੋ, ਬਨਤ ਸੋ ਤਸ ਕਹਿ ਸੁਮਤ ਨਕੇਤਾ, ਜਿਹੜੇ ਸਿਆਣੇ ਲੋਕ ਨੇ ਸੋਹਣੀ ਮੱਤ ਦੇ ਘਰ ਨੇ ਉਹ ਇਹੋ ਹੀ ਕਹਿੰਦੇ ਨੇ ਵੀ ਜਿੱਧਰ ਕਿਸੇ ਦੀ ਲਗਨ ਲੱਗੀ ਉਹੋ ਹੀ ਬਣੂਗਾ, ਉਧਰ ਜਾਊਗਾ। ਜੇ ਹਾਂ ਲਛਨ ਜਾਣਤ ਐਸੇ, ਕਹਿੰਦੇ ਜੇ ਅਗਰ ਮੈਂ ਜਾਣ ਲੈਂਦਾ ਪਹਿਲਾਂ ਕਿ ਗੁਰੂ ਨਾਨਕ ਸਾਹਿਬ ਦੇ ਇਹੋ ਜਿਹੇ ਲੱਛਣ ਹਨ, ਇਹੋ ਜਿਹੇ ਗੁਣ ਹਨ ਮਹਾਰਾਜ ਦੇ, ਸੁਤਾ ਸੰਬੰਧ ਕਰਤ ਕਹੋ ਕੈਸੇ, ਤੇ ਦੱਸ ਮੈਂ ਕਿੱਦਾਂ ਫਿਰ ਆਪਣੀ ਪੁੱਤਰੀ ਦਾ ਸੰਬੰਧ ਕਰ ਦਿੰਦਾ ਇਹੋ ਜਿਹੇ ਫਕੀਰ ਨਾਲ। ਆਪਨ ਪਰ ਆਵਤ ਬਹੁ ਦਰਬਾ, ਦੇਖੋ ਹੱਟ ਸਾਹਿਬ ਤੇ ਸਾਰਾ ਦਿਨ ਕਹਿੰਦੇ ਇੰਨਾ ਧਨ ਆਉਂਦਾ ਹੈ, ਬਾਦ ਲੁਟਾਏ ਫਕੀਰਨ ਸਰਬਾ, ਤੇ ਸਾਰਾ ਹੀ ਧਨ ਫਕੀਰਾਂ ਨੂੰ ਕਹਿੰਦੇ ਵਿਅਰਥ ਲੁਟਾ ਦਿੰਦੇ ਹਨ ਇਹ। ਪੂਰਬ ਜਨਮ ਕਰੇ ਅਗ ਭਾਰੀ, ਬਸ ਮੈਂ ਕਹਿੰਦੇ ਇਹੋ ਹੀ ਸਮਝਦਾ ਕਿ ਪੂਰਬਲੇ ਜਨਮ ਵਿੱਚ ਕੋਈ ਬਹੁਤੇ ਹੀ ਅਸੀਂ ਪਾਪ ਕੀਤੇ ਹੋਏ ਹਨ। ਭਇਓ ਜਮਾਤਾ ਕੋ ਤੋ ਦੁਖਕਾਰੀ, ਇਹੋ ਜਿਹਾ ਸਾਨੂੰ ਦੁੱਖ ਦੇਣ ਵਾਲਾ ਸਾਡਾ ਜਵਾਈ ਬਣਿਆ। ਸੋ ਇਹੋ ਜਿਹੀਆਂ ਗੱਲਾਂ ਸੋ ਮੂਲ ਚੰਦ ਜੀ ਕਹਿੰਦੇ ਹਨ, ਨੈਕ ਨਾ ਮਮ ਤਨੀਆ ਸਨਮਾਨਾ, ਦੇਖੋ ਤੁਸਾਂ ਕਹਿੰਦੇ ਮੇਰੀ ਪੁੱਤਰੀ ਦਾ ਜਰਾ ਵੀ ਸਤਿਕਾਰ ਨਹੀਂ ਕੀਤਾ ਹੈ। ਕਿਨਹਿ ਨਾ ਸਮਝਾਇਓ ਕਿਆ ਜਾਣਾ, ਕਿਸੇ ਨੇ ਵੀ ਜਾ ਕੇ ਸਮਝਾਇਆ ਨਹੀਂ ਗੁਰੂ ਨਾਨਕ ਸਾਹਿਬ ਨੂੰ। ਕਹਿੰਦੇ ਕੀ ਜਾਣਿਆ ਤੁਸੀਂ ਸਾਨੂੰ, ਭਾਈ ਇਸ ਤਰੀਕੇ ਨਾਲ ਨਾਰਾਜ਼ਗੀ ਪ੍ਰਗਟ ਕੀਤੀ ਹੈ ਆਪਣੀ। ਭਈ ਦੀਨ ਨਿਤ ਰਹਿਤ ਦੁਖਾਰੀ, ਮੇਰੀ ਪੁੱਤਰੀ ਨਿਤ ਦੁਖੀ ਤੇ ਅਧੀਨ ਹੋ ਕਰਕੇ ਰਹਿੰਦੀ ਹੈ। ਮਮ ਆਗੇ ਨਿਜ ਬ੍ਰਿਥਾ ਉਚਾਰੀ, ਤੋ ਮੈਂ ਹੁਣ ਆਇਆ ਸਾਰੀ ਬਿਰਥਾ ਆਪਣੀ ਹਾਲਤ ਜੋ ਇਸ ਪ੍ਰਕਾਰ ਉਸਨੇ ਸਾਰੀ ਮੇਰੇ ਕੋਲ ਬਿਆਨ ਕੀਤੀ ਹੈ। ਉਪਾਲੰਬ ਨਿਸਠੌਰ ਜੁਗਸਾਨੀ, ਤੋ ਇਹੋ ਜਿਹੀ ਬਾਣੀ ਜਾਂ ਬਚਨ ਜਿਹੜੇ ਨੇ ਉਲਾਮੇ ਵਾਲੇ ਤੇ ਕਰੜੇ ਜਿਹੇ ਬਚਨ ਜਿਹੜੇ ਨੇ ਸੋ ਭਈਆ ਜੈ ਰਾਮ ਜੀ ਮੁਖਾਤਬ ਕਰਕੇ ਸੋ ਮੂਲ ਚੰਦ ਜੀ ਨੇ ਆਖੇ ਹਨ। ਸੁਨੀ ਜੈ ਰਾਮ ਸਰੋਨ ਸਭ ਬਾਨੀ, ਭਈਆ ਜੈ ਰਾਮ ਜੀ ਨੇ ਪ੍ਰੇਮ ਨਾਲ ਵੱਡਿਆਂ ਦੇ ਥਾਂ ਨੇ, ਪਿਤਾ ਦੇ ਸਮਾਨ ਹਨ।
ਸਾਰੇ ਬਚਨ ਸੁਣ ਲਏ ਨੇ ਸਤਿਕਾਰ ਦੇ ਨਾਲ। ਮਹਿਤਾ ਜੀ ਨਾ ਕੀਜੇ ਰੋਸੂ। ਕਹਿਣ ਲੱਗੇ ਤੁਸੀਂ ਵੱਡੇ ਹੋ, ਪਿਤਾ ਸਮਾਨ ਹੋ, ਤੁਸੀਂ ਨਾਰਾਜ਼ਗੀ ਨਾ ਕਰੋ ਪਿਤਾ ਜੀ। ਦੋਸ ਆਰੋਪਹੁ ਨਹਿ ਬਿਨ ਦੋਸੂ। ਦੇਖੋ ਬਿਨਾਂ ਦੋਸ਼ ਤੋਂ ਹਨ ਗੁਰੂ ਨਾਨਕ ਮਹਾਰਾਜ, ਇਹਨਾਂ ਵਿੱਚ ਤੁਸੀਂ ਦੋਸ਼ ਨਾ ਆਰੋਪੋ, ਦੋਸ਼ ਨਾ ਲਾਓ ਇਹਨਾਂ ਨੂੰ। ਕਿਸ ਵਸਤੂ ਕੀ ਕਮੀ ਨਾ ਆਜੂ। ਤੁਸੀਂ ਦੱਸੋ, ਕਹਿੰਦੇ ਤੁਸੀਂ ਕਹਿੰਦੇ ਹੋ ਬੱਚੀ ਤੁਹਾਡੀ ਦੁਖੀ ਹੈ, ਭਈ ਦੱਸੋ ਘਰ ਵਿੱਚ ਕਿਹੜੀ ਵਸਤੂ ਦੀ ਕਮੀ ਹੈ, ਕੋਈ ਚੀਜ਼ ਦੀ ਕਮੀ ਹੋਵੇ ਤਾਂ ਦੱਸੋ ਸਾਨੂੰ। ਦਇਓ ਵਿਧਾਤਾ ਸਰਬ ਸਮਾਜੂ। ਵਿਧਾਤਾ ਕਰਮਾਂ ਅਨੁਸਾਰ ਫਲ ਪ੍ਰਦਾਤਾ ਤਥਾ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਸਭ ਪਦਾਰਥ ਬਖਸ਼ਿਸ਼ ਕੀਤੇ ਹੋਏ ਹਨ। ਅਸਨ ਬਸਨ ਭੂਖਨ ਧਨ ਭਾਰੀ। ਦੇਖੋ ਧਨ ਦੀ ਘਰ 'ਚ ਨਾ ਕਮੀ ਛੱਡਦੀ ਹੈ, ਬਸਤਰ, ਅੰਨ ਪਦਾਰਥ, ਗਹਿਣਿਆਂ ਤੱਕ ਕਿਸੇ ਚੀਜ਼ ਦੀ ਘਰ ਵਿੱਚ ਕਮੀ ਹੈ ਤਾਂ ਤੁਸੀਂ ਦੱਸੋ। ਖਰਚ ਹੈ ਖਾਵਹਿ ਸੁਤਾ ਤੁਮਾਰੀ। ਤੁਹਾਡੀ ਸਮੁੱਤਰੀ ਜੋ ਮਰਜੀ ਖਰਚ ਕਰੇ, ਜੋ ਮਰਜੀ ਕੁਛ ਖਾਵੇ, ਕਦੇ ਕਿਸੇ ਨੇ ਟੋਕਿਆ ਨਹੀਂ ਉਸ ਨੂੰ। ਜਾਹੇ ਵਸਤ ਕੋ ਕਾਜ ਜੋ ਊਰਾ। ਦੱਸ ਜਿਹੜੀ ਵਸਤੂ ਦੀ ਤੁਹਾਡੀ ਪੁੱਤਰੀ ਨੂੰ ਕੋਈ ਕਮੀ ਹੈ, ਊਣਾ ਜੋ ਕੁਛ ਵੀ ਹੈ ਦੱਸ। ਉਚਰੋ ਆਪ ਕਰੋ ਮੈਂ ਪੂਰਾ। ਤੁਸੀਂ ਇੱਕ ਵਾਰਾਂ ਬਚਨ ਕਰਕੇ ਦੱਸੋ, ਮੈਂ ਝੱਟ ਉਸ ਨੂੰ ਪੂਰਾ ਕਰ ਦਿਆਂ। ਮਦਰ ਬਿਨੈ ਪ੍ਰਸ਼ੰਸਾ ਸਾਲੀ। ਜਦੋਂ ਇਉਂ ਮਿੱਠੇ ਤੇ ਪ੍ਰਸ਼ੰਸਾ ਗੁਰੂ ਨਾਨਕ ਸਾਹਿਬ ਵਾਲੇ ਇਹੋ ਜੀ ਬਾਣੀ ਉਚਾਰਨ ਕੀਤੀ ਭਈਆ ਜੈ ਰਾਮ ਜੀ ਨੇ, ਸੁਨ ਮੂਲਾ ਭਾਸੀ ਤਲ ਚਾਲੀ। ਤਾਂ ਕਹਿੰਦੇ ਮੂਲ ਚੰਦ ਜੀ ਸ਼ਾਂਤ ਹੋ ਗਏ ਨੇ। ਦੇਖੋ ਬਸ ਇਹੀ ਫਰਕ ਹੈ ਸਿੱਖ ਤੇ ਅਸਿੱਖ ਦਾ, ਗਿਆਨੀ ਤੇ ਅਗਿਆਨੀ ਦਾ। ਹੁਣ ਸਾਡਾ ਜੀਵਨ ਜਿਹੜਾ ਹੈ ਸਾਡੇ ਮਨ ਦੇ ਭਾਵ ਨੇ, ਜਿਹੋ ਜਿਹੇ ਮਨ ਦੇ ਫੁਰਨੇ ਇਹ ਸਾਡੇ 'ਚ ਆ ਜਾਂਦੇ ਨੇ, ਅਸੀਂ ਉਹੋ ਜਿਹਾ ਹੀ ਪ੍ਰਭਾਵ ਕਬੂਲ ਕਰਦੇ ਹਾਂ। ਹੁਣ ਉਹੋ ਹੀ ਅਵਸਥਾ ਹੈ, ਉਹੋ ਹੀ ਘਰ। ਹੁਣ ਪਹਿਲੇ ਸਾਡੇ ਮਾਤਾ ਸੁਲੱਖਣੀ ਜੀ ਦੇ ਬਚਨ ਸੁਣੇ ਤੇ ਮੂਲ ਚੰਦ ਜੀ ਕ੍ਰੋਧ ਵਿੱਚ ਆ ਗਏ ਨੇ। ਭਈਆ ਜੈ ਰਾਮ ਜੀ ਨੇ ਹੁਣ ਉਹੋ ਹੀ ਘਰ ਤੇ ਉਸ ਦੀ ਹੀ ਗੱਲ ਸੁਣਾਈ ਹੈ, ਹੁਣ ਸ਼ਾਂਤ ਹੋ ਗਏ ਨੇ। ਬਸ ਮਨ ਦੇ ਭਾਵ ਨੇ, ਮਨ ਦੀ ਵਿਚਾਰ ਹੈ। ਤੋ ਜਿਸ ਵੇਲੇ ਚੰਗੇ ਵਿਚਾਰ ਮਿਲ ਗਏ, ਜੀਵਨ ਸੁਖੀ ਹੋ ਗਿਆ। ਤਾਂ ਕਹਿੰਦੇ ਸ਼ਾਂਤੀ ਆ ਗਈ, ਠੰਡਾ ਮਨ ਹੋ ਗਿਆ। ਤੋ ਕ੍ਰੋਧ ਮਨ ਪਾਵਕ ਜੈਸੇ। ਕਹਿੰਦੇ ਕਵੀ ਜੀ ਕਹਿੰਦੇ ਨੇ ਵੀ ਇੰਨਾ ਕ੍ਰੋਧ ਸੀ ਮਨ ਦੇ ਵਿੱਚ ਜਿਵੇਂ ਅੱਗ ਬਲਦੀ ਹੋਵੇ। ਬਚਨ ਜੈ ਰਾਮ ਮਿਲੇ ਜਲ ਤੈਸੇ। ਤੇ ਭਈਆ ਜੈ ਰਾਮ ਜੀ ਦੇ ਜਿਸ ਐਨ ਠੰਡੇ ਗਿਆਨ ਵਾਲੇ ਬਚਨ ਸਰਵਣ ਕੀਤੇ ਤੇ ਸਮਝੋ ਜਿਵੇਂ ਬਲਦੀ ਅੱਗ ਤੇ ਪਾਣੀ ਪੈ ਜਾਏ, ਇਉਂ ਸ਼ਾਂਤ ਹੋ ਗਏ ਮੂਲ ਚੰਦ ਜੀ। ਕਮਲ ਨੈਣ ਮੁਖ ਤੂਸਨ ਰਾਖੀ। ਤੇ ਗੁਰੂ ਨਾਨਕ ਪਾਤਸ਼ਾਹ ਜੀ ਦੇਖੋ ਸਾਨੂੰ ਸਿੱਖਿਆ ਦਿੰਦੇ। ਹੁਣ ਮੂਲ ਚੰਦ ਜੀ ਬੋਲੀ ਜਾਂਦੇ, ਜੈ ਰਾਮ ਜੀ ਸਵਾਲ ਜਵਾਬ ਕਰੀ ਜਾਂਦੇ ਨੇ, ਗੁਰੂ ਨਾਨਕ ਪਾਤਸ਼ਾਹ ਚੁੱਪ ਕਰਕੇ ਸੁਣੀ ਜਾਂਦੇ ਆ। ਇੱਕ ਚੁੱਪ ਤੇ 100 ਸੁੱਖ। ਮਹਾਰਾਜ ਚੁੱਪ ਕਰਕੇ ਸੁਣੇ ਹਨ। ਜਾਨ ਜਨਕ ਸਮ ਗਿਰਾ ਨ ਭਾਖੀ। ਪਿਤਾ ਦੇ ਸਮਾਨ ਜਾਣ ਕੇ ਗੁਰੂ ਨਾਨਕ ਸਾਹਿਬ ਨੇ ਕੋਈ ਬਚਨ ਕਿਹਾ ਨਹੀਂ ਹੈ। ਇੱਕ ਨਿਸ ਬਸ ਕਰ ਸੁਤਾ ਅਵਾਸਾ। ਮੂਲ ਚੰਦ ਜੀ ਸ਼ਾਂਤ ਹੋ ਕੇ ਆਪਣੀ ਸੁਪੁੱਤਰੀ ਕੋਲ ਗਏ, ਇੱਕ ਰਾਤ ਘਰ ਵਿੱਚ ਰਹੇ ਹਨ। ਦਈ ਧੀਰ ਕਹਿ ਕਰ ਸੁਖ ਰਾਸਾ। ਇਸ ਪ੍ਰਕਾਰ ਬੜੀ ਧੀਰਜ ਦਿੱਤੀ ਹੈ ਆਪਣੀ ਸੁਪੁੱਤਰੀ ਨੂੰ ਅਤੇ ਅਸੀਸ ਦਿੱਤੀ ਹੈ, ਤੈਨੂੰ ਸਮੂਹ ਸੁਖ ਪ੍ਰਾਪਤ ਹੋਣ। ਪੁਨ ਗਮਨਿਓ ਨਿਜ ਨਗਰ ਮਝਾਰਾ। ਇਸ ਤਰ੍ਹਾਂ ਫਿਰ ਆਪਣੀ ਨਗਰੀ ਬਟਾਲੇ ਨੂੰ ਚਲੇ ਗਏ ਹਨ। ਸਭ ਬਿਰਤਾਂਤ ਢਿਗ ਪਤਨ ਉਚਾਰਾ। ਪਰ ਜਾ ਕਰਕੇ ਸਾਰੀ ਗੱਲਬਾਤ ਜਿਹੜੀ ਹੈ ਆਪਣੀ ਧਰਮ ਸੁਪਤਨੀ ਜੀ ਕੋਲ ਕੀਤੀ ਹੈ। ਕੇਤਕ ਦਿਓਸ ਬਤੀਤੇ ਜਬ ਹੀ। ਜਦੋਂ ਕੁਛ ਦਿਨ ਦਾ ਸਮਾਂ ਗੁਜ਼ਰਿਆ ਤਾਂ ਆਈ ਚੰਦੋ ਰਾਨੀ ਤਬ ਹੀ। ਤਦੋਂ ਚੰਦੋ ਰਾਣੀ ਜੀ ਮਾਤਾ ਸੁਲੱਖਣੀ ਜੀ ਮਾਤਾ ਜੀ ਫਿਰ ਉਹ ਆਏ ਹਨ। ਮਿਲੇ ਸੁਤਾ ਸੋ ਨਿਹੋ ਕਨੇਰਾ। ਬੜਾ ਪ੍ਰੇਮ ਕਰਕੇ ਆਪਣੀ ਸੁਪੁੱਤਰੀ ਨੂੰ ਮਿਲੀ ਹੈ। ਰੋਦਨ ਕਰਤ ਨੈਣ ਜਲ ਗੇਰਾ। ਤੋ ਮਾਤਾ ਸੁਲੱਖਣੀ ਜੀ ਨੇ ਇਸ ਪ੍ਰਕਾਰ ਬੈਰਾਗ ਦਾ ਜਲ ਨੇਤਰਾਂ ਚੋਂ ਵਗਾਇਆ ਹੈ। ਬੋਲਤ ਬਚਨ ਹੈ ਹੋਏ ਦੁਖਾਰੀ। ਤੋ ਬਚਨ ਬੋਲੇ ਨੇ ਬੜੀ ਦੁਖੀ ਹੋ ਕਰਕੇ ਮਾਤਾ ਜੀ ਨਾਲ। ਇਹ ਬਿਦ ਕਿਉਂ ਸਿਰਜੀ ਜਨ ਨਾਰੀ। ਤਾਂ ਇਸ ਪ੍ਰਕਾਰ ਇਹ ਵਾਹਿਗੁਰੂ ਪਰਮੇਸ਼ਰ ਵਿਧਾਤਾ ਜੀ ਤੂੰ ਸੰਸਾਰ ਵਿੱਚ ਔਰਤ ਬਣਾਈ ਕਿਉਂ ਹੈ। ਪਰਾ ਧੀਨ ਤਿੰਨ ਦੁਸਹਿ ਕਲੇਸਾ। ਇਸ ਪ੍ਰਕਾਰ ਪਰਾਏ ਅਧੀਨ ਰਹਿਣਾ ਹਮੇਸ਼ਾ ਹੀ ਅਸਹਿ ਕਲੇਸ਼ ਸਹਾਰਦੇ ਰਹਿਣਾ ਪੈਂਦਾ ਹੈ ਘਰ ਵਿੱਚ। ਲੇਕਰ ਜਨਮਤ ਸਭੇ ਅੰਦੇਸਾ। ਤੋ ਜਨਮ ਲੈ ਕਰਕੇ ਸਾਰੇ ਅੰਦੇਸੇ ਸ਼ੰਸੇ ਹੀ
ਪੱਲੇ ਰਹਿੰਦੇ ਹਨ। ਬੈਸ ਸੁਲਖਣੀ ਕਰ ਉਰ ਧੀਰਾ, ਇਸ ਪ੍ਰਕਾਰ ਬੈਠ ਕਰਕੇ ਧੀਰਜ ਧਾਰ ਕੇ ਕੋਲ ਕਹਿਣ ਲੱਗੀ ਨਿਜ ਦੁਖ ਗੰਭੀਰਾ, ਆਪਣੇ ਜੋ ਮਨ ਵਿੱਚ ਡੂੰਘੇ ਦੁੱਖ ਸੀ ਮਾਤਾ ਨੂੰ ਕਹਿੰਦੇ ਹਨ। ਸੁਨਹੁ ਮਾਤ ਪਤ ਕੀ ਵਿਪਰੀਤਾ, ਕਹਿੰਦੇ ਮਾਤਾ ਜੀ ਸੁਣੋ, ਮੇਰੇ ਪਤੀ ਦੇਵ ਦੀ ਉਲਟ ਰੀਤੀ ਸੁਣੋ ਤੁਸੀਂ। ਦਰਬ ਸਰਬ ਬਾਧੇ ਖੈ ਨੀਤਾ, ਦੇਖੋ ਜਿੰਨਾ ਧਨ ਕਮਾਉਂਦੇ ਨੇ ਸੋ ਨਿਤ ਉਵੇਂ ਹੀ ਦਾਨ ਕਰੀ ਜਾਂਦੇ ਹਨ। ਕਬ ਕਬ ਸਦਨਹਿ ਬਦਨ ਦਿਖਾਵਾ, ਕਦੇ ਕਦੇ ਆਣ ਕਰਕੇ ਮਰਜ਼ੀ ਨਾਲ ਹੀ ਦਰਸ਼ਨ ਦਿੰਦੇ ਆ ਘਰ, ਆਪਨ ਪਰ ਦਿਨ ਰੈਨ ਬਿਤਾਵਾ, ਤੇ ਦਿਨ ਰਾਤ ਹੱਟ ਸਾਹਿਬ ਤੇ ਗੁਜ਼ਾਰਦੇ ਆ ਮਹਾਰਾਜ। ਗ੍ਰਸਤੀ ਰੀਤ ਨਾ ਤਾਮੇ ਏਕਾ, ਉਹਨਾਂ ਦੇ ਵਿੱਚ ਕਹਿੰਦੇ ਗ੍ਰਸਤੀਆਂ ਵਾਲੀ ਤੇ ਕੋਈ ਗੱਲ, ਦੁਨੀਆ ਵਾਲੀ ਕੋਈ ਗੱਲ ਹੀ ਨਹੀਂ ਹੈ। ਧਨ ਸੰਚਨ ਤੇ ਆਦ ਅਨੇਕਾ, ਤੋ ਧਨ ਇਕੱਠਾ ਕਰਨ ਤੋਂ ਲੈ ਕੇ ਅਨੇਕਾਂ ਜਿਹੜੀਆਂ ਗੱਲਾਂ ਚਾਹੀਦੀਆਂ ਨੇ ਦੁਨੀਆ ਵਾਲੀਆਂ ਉਹ ਹੈ ਹੀ ਨਹੀਂ। ਪਰ ਜਦੋਂ ਹੈ ਹੀ ਰੱਬ ਨੇ ਪਰਮੇਸ਼ਰ, ਤਾਂ ਕਹਿੰਦੇ ਉਹਨਾਂ ਨੂੰ ਦੁਨੀਆ ਵਾਲੀ ਗੱਲ ਕੀ ਹੋਣੀ ਹੈ। ਸੁਨਤ ਸੁਤਾ ਬਚ ਚੰਦੋ ਰਾਨੀ, ਸੋ ਮਾਤਾ ਚੰਦੋ ਰਾਣੀ ਜੀ ਨੇ ਸੁਪੁੱਤਰੀ ਦੇ ਬਚਨ ਸੁਣੇ ਜਦੋਂ, ਭਈ ਕ੍ਰੋਧ ਕੇ ਮਤ ਗਲਤਾਨੀ, ਤਾਂ ਕਹਿੰਦੇ ਬੜੇ ਗੁੱਸੇ ਵਿੱਚ ਕ੍ਰੋਧ ਵਿੱਚ ਗਲਤਾਨ ਹੋ ਗਏ ਹਨ। ਗਵਨੀ ਸਦਨ ਨਾਨਕੀ ਜਹਵਾ, ਝੱਟ ਉੱਠ ਕਰਕੇ ਤੋ ਉਸੇ ਤਰ੍ਹਾਂ ਨਾਰਾਜ਼ਗੀ ਵਿੱਚ ਹੋ ਕਰਕੇ ਬੇਬੇ ਨਾਨਕ ਜੀ ਦੇ ਘਰ ਵਿੱਚ ਗਏ ਹਨ। ਕੁਸ਼ਲ ਪ੍ਰਸਨ ਕਰ ਬੈਸੀ ਤਹਿਵਾ, ਸੁੱਖ ਸਾਂਦ ਪੁੱਛ ਕਰਕੇ ਜਾ ਕਰਕੇ ਬੈਠੀ ਘਰ ਵਿੱਚ। ਕ੍ਰੋਧ ਕੀਏ ਪੁਨ ਬੋਲੀ ਬਹਿਨਾ, ਫਿਰ ਬੜੇ ਮਨ ਚ ਨਾਰਾਜ਼ਗੀ ਭਰ ਕੇ ਕ੍ਰੋਧ ਭਰ ਕਰਕੇ ਬਚਨ ਬੋਲੇ, ਕਹਿਣ ਲੱਗੀ ਹੈ, ਤੁਮ ਉਰ ਡਰ ਪਰਮੇਸ਼ਰ ਹੈ ਨਾ, ਕਹਿਣ ਲੱਗੀ ਹੈ ਬੇਬੇ ਨਾਨਕੀ ਜੀ ਨੂੰ, ਕਹਿੰਦੇ ਤੁਹਾਡੇ ਮਨ ਵਿੱਚ ਕੋਈ ਰੱਬ ਦਾ ਡਰ ਹੀ ਨਹੀਂ ਹੈ। ਕਿਸ ਪ੍ਰਕਾਰ ਕੋ ਠਾਨਿਓ ਮਤਾ, ਤੁਸੀਂ ਕਿਹੋ ਜਿਹਾ ਮਤਾ, ਕਿਹੋ ਜਿਹੀ ਸਲਾਹ ਕੀਤੀ ਹੋਈ ਹੈ, ਮਿਥੀ ਹੋਈ ਹੈ। ਦਾਸੀ ਜਿਉ ਰਾਖੀ ਮਮ ਸੁਤਾ, ਤੇ ਮੇਰੀ ਪੁੱਤਰੀ ਨੇ ਇਉਂ ਤੁਸੀਂ ਰੱਖਿਆ ਹੋਇਆ ਹੈ ਜਿਸ ਤਰ੍ਹਾਂ ਕੋਈ ਗੋਲੀ ਨੌਕਰਾਣੀ ਰੱਖੀ ਹੋਵੇ। ਨਿਜ ਭਰਾਤਾ ਕੋ ਨਹਿ ਸਮਝਾਵਹਿ, ਦੇਖੋ ਤੁਸੀਂ ਆਪਣੇ ਭਰਾ ਜੀ ਨੂੰ ਸਮਝਾਉਂਦੇ ਨਹੀਂ ਹੋ। ਸਰਬ ਦਰਬ ਕੋ ਬਾਹਰ ਲੁਟਾਵਹਿ, ਸਾਰਾ ਧਨ ਇੰਨਾ ਕਹਿੰਦੇ ਕਮਾਉਂਦੇ ਆ, ਸਾਰਾ ਬਾਹਰ ਹੀ ਲੁਟਾਈ ਜਾਂਦੇ ਹਨ। ਤੁਮਰੇ ਸਰਸ ਨਾ ਹਿਰਦੈ ਕੋਈ, ਇਹ ਤੁਹਾਡੇ ਵਰਗਾ ਤੇ ਕੋਈ ਹਿਰਦਾ ਹੀ ਨਹੀਂ ਹੈ। ਜਿਹ ਠਾਂ ਦੁਖੀ ਸੁਤਾ ਮਮ ਹੋਈ, ਜਿਸ ਥਾਂ ਤੇ ਮੇਰੀ ਪੁੱਤਰੀ ਦੁੱਖ ਸਹਾਰ ਰਹੀ ਹੈ। ਨਾਤਾ ਤਬ ਜੈ ਰਾਮ ਕਰਵਾਇਆ, ਦੇਖੋ ਜੈ ਰਾਮ ਜੀ ਤੁਸਾਂ ਨੇ ਕਹਿੰਦੇ ਰਿਸ਼ਤਾ ਕਰਾਇਆ ਸੀ ਇਹ, ਅਬ ਤਿਹ ਕੋ ਨਹਿ ਕਿਉ ਸਮਝਾਇਆ, ਤੇ ਦੱਸੋ ਹੁਣ ਸਮਝਾਉਂਦੇ ਕਿਉਂ ਨਹੀਂ ਹੋ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ। ਦੋਹਰਾ ਆਨ ਸਦਨ ਸੁਧ ਲੇਤ ਨਹਿ, ਘਰ ਵਿੱਚ ਆ ਕੇ ਕੋਈ ਘਰ ਦੀ ਖਬਰਸਾਰ ਨਹੀਂ ਲੈਂਦੇ ਹਨ। ਆਨਨ ਕਹੇ ਨ ਬੈਨ, ਮੁਖ ਤੋਂ ਆਣ ਕੇ ਕੋਈ ਗੱਲ ਨਹੀਂ ਕਰਦੇ ਹਨ ਘਰ ਵਿੱਚ। ਦਰਬ ਨ ਰਾਖੇ ਨਿਕਟ ਕਛ, ਕੋਈ ਧਨ ਇਕੱਠਾ ਕਰਕੇ ਕੋਲ ਜਮਾ ਹੀ ਨਹੀਂ ਕਰਦੇ ਹਨ। ਹਿਰਦੇ ਵਿਖੇ ਕਛੁ ਭੈ ਨਾ, ਜਿਨ੍ਹਾਂ ਦੇ ਮਨ ਵਿੱਚ ਕੋਈ ਭੈ ਹੈ ਹੀ ਨਹੀਂ, ਗੱਲ ਤਾਂ ਸੱਚੀ ਹੈ। ਜਿਹੜੇ ਆਪ ਹੀ ਪਰਮੇਸ਼ਰ, ਉਹਨੂੰ ਡਰ ਕਾਹਦਾ ਹੋਣਾ ਹੈ। ਚਉਪਈ ਗਿਰਾ ਨਾਨਕੀ ਸਰੋਨਨ ਸੁਨੀ, ਤੋ ਬੇਬੇ ਨਾਨਕੀ ਜੀ ਨੇ ਸਾਰੀ ਗੱਲ ਸੁਣ ਲਈ। ਇਹ ਸਿਆਣਪ ਦੀਆਂ ਗੱਲਾਂ ਨੇ ਭਈ, ਵੱਡਿਆਂ ਦੀ ਗੱਲ ਧਿਆਨ ਨਾਲ ਪਹਿਲਾਂ ਸੁਣ ਲਓ, ਕਿਸੇ ਦੀ ਵੀ ਗੱਲ ਹੈ ਫਿਰ ਸੁਣਾਓ। ਬੇਬੇ ਜੀ ਨੇ ਸਾਰੀ ਗੱਲ ਸੁਣ ਲਈ ਚੰਦੋ ਰਾਣੀ ਜੀ ਦੀ। ਫਿਰ ਉਸ ਤੋਂ ਬਾਅਦ ਬਚਨ ਕਰਦੇ ਹਨ, 60 ਕਰ ਮਾਨਕ ਤਿਉ ਬਿਦ ਗੁਨੀ, ਤੋ ਇਸ ਪ੍ਰਕਾਰ ਸੋ ਜਿਸ ਤਰੀਕੇ ਦੇ ਨਾਲ ਸੋ ਬਹੁਤ ਸਿਆਣਪ ਦੇ ਨਾਲ ਗੁਣੀ ਲੋਕ ਜਿਸ ਤਰ੍ਹਾਂ ਕਰਦੇ ਹਨ। ਬੋਲੀ ਮ੍ਰਿਦੁਲ ਮਾਧੁਰੀ ਬਾਣੀ, ਬੜੇ ਕੋਮਲ ਤੇ ਬੜੇ ਮਿੱਠੇ ਬਚਨ ਬੋਲੇ। ਭਾਵ ਜੇ ਅਗਰ ਕਿਸੇ ਵੇਲੇ ਕੋਈ ਇੱਕ ਪੱਖ ਕ੍ਰੋਧ ਗੁੱਸੇ ਵਿੱਚ ਹੈ ਤਾਂ ਉਸ ਦਾ ਪ੍ਰਤ ਉੱਤਰ ਗੁੱਸੇ 'ਚ ਨਾ ਦਿਓ। ਬੜੇ ਸ਼ਾਂਤੀ ਦੇ ਵੱਲ ਢੰਗ ਦੇ, ਬੜੇ ਠੰਡੇ ਸੁਭਾਅ ਨਾਲ ਬੋਲੇ ਹਨ। ਅੱਗੋਂ ਕਹਿੰਦੇ ਨੇ, ਸੁਨ ਮਾਸੀ ਤੂੰ ਪਰਮ ਸਿਆਣੀ, ਤੇ ਕਹਿਣ ਲੱਗੇ ਮਾਸੀ ਜੀ ਦੇਖੋ ਤੁਸੀਂ ਤਾਂ ਵੱਡੇ ਹੋ ਸਾਡੇ ਤੋਂ, ਬੜੇ ਸਿਆਣੇ ਹੋ। ਕਿਆ ਸਮਝਾਵਾਂ ਮੈਂ ਭਲ ਬਾਤਾ, ਤੋ ਦੱਸੋ ਕਿਹੜੀ ਮੈਂ ਚੰਗੀ ਗੱਲ ਸਮਝਾਵਾਂ ਆਪਣੇ ਭਰਾ ਨੂੰ। ਕੋ ਕੁਕਰਮ ਨਹਿ ਕਰਹੀ ਭਰਾਤਾ, ਦੇਖੋ ਤੁਸੀਂ ਹੁਣ ਮੇਰੇ ਭਰਾ ਨੂੰ ਮਾੜਾ ਕਹਿੰਦੇ,
ਵੀ ਦੱਸੋ ਮੇਰਾ ਭਰਾ ਕੋਈ ਮਾੜਾ ਕੁਕਰਮ ਤਾਂ ਕਰਦਾ ਨਹੀਂ ਜਿਹਨੂੰ ਸਮਝਾਈਏ ਅਸੀਂ। ਤਸ ਕਰ ਸੰਗ ਨ ਕਰਹਿ ਸਤੇਈ। ਨਾ ਚੋਰਾਂ ਨਾਲ ਮਿਲ ਕੇ ਗੁਰੂ ਨਾਨਕ ਸਾਹਿਬ ਮੇਰਾ ਭਰਾ ਕੋਈ ਚੋਰੀ ਨਹੀਂ ਕਰਦਾ ਜਿਹਨੂੰ ਜਾ ਕੇ ਮੈਂ ਰੋਕਾਂ। ਜੂਪ ਨ ਖੇਲਤ ਸੁਰਾ ਨ ਪੇਈ। ਨਾ ਸ਼ਰਾਬ ਪੀਂਦੇ ਨੇ, ਨਾ ਕਿਸੇ ਨਾਲ ਜੂਆ ਖੇਡਦੇ ਹਨ। ਪਰ ਨਾਰਨ ਸੋ ਨਹਿ ਬਿਬਚਾਰੀ। ਫਿਰ ਪਰਾਈਆਂ ਇਸਤਰੀਆਂ ਨਾਲ ਕੋ ਮਾੜੇ ਕੁਕਰਮ ਨਹੀਂ ਕਰਦੇ ਹਨ। ਕਿਹੜੀ ਗੱਲੋਂ ਤੁਸੀਂ ਕਹਿੰਦੇ ਹੋ ਵੀ ਆਪਣੇ ਭਰਾ ਨੂੰ ਸਮਝਾਓ। ਵਿਸੈ ਬਾਸਨਾ ਉਰ ਤੇ ਟਾਰੀ। ਵਿਸ਼ਿਆਂ ਦੀ ਵਾਸ਼ਨਾ ਕਾਮ ਕਰੋ ਤੇ ਉਹਨਾਂ ਦੇ ਹਿਰਦੇ ਚ ਟਾਲੀ ਹੋਈ ਹੈ ਹੀ ਨਹੀਂ, ਦੂਰ ਹੈ। ਲੋਭੀ ਕ੍ਰੋਧੀ ਲੰਪਟ ਨਾਹੀ। ਨਾ ਠੱਗੀ ਮਾਰਦੇ ਨੇ, ਨਾ ਲਾਲਚ ਕਰਦੇ, ਕਿਸੇ ਨਾਲ ਧੋਖਾ ਫਰੇਬ ਨਹੀਂ ਕਰਦੇ, ਨਾ ਕਿਸੇ ਨਾਲ ਕ੍ਰੋਧ ਕਰਕੇ ਲੜਦੇ ਹਨ। ਸੁਪਨ ਵਿਕਾਰ ਨ ਮਨ ਉਪਜਾਹੀ। ਉਹਨਾਂ ਦੇ ਤੇ ਸੁਪਨੇ ਵਿੱਚ ਵੀ ਕਦੇ ਮਨ 'ਚ ਵਿਕਾਰ ਨਹੀਂ ਪੈਦਾ ਹੁੰਦਾ, ਵਿਗਾੜ ਕਾਮ ਕ੍ਰੋਧ ਆਦਿਕ ਦਾ। ਅਸ ਕੋ ਕਰਮ ਮਹਿ ਸੋਦਰ ਹੇਰੋ। ਜੇਕਰ ਮੈਂ ਇਹੋ ਜਿਹੇ ਮਾੜੇ ਕੰਮ ਦੇ ਵਿੱਚ ਆਪਣੇ ਭਰਾ ਨੂੰ ਦੇਖਾਂ ਤਉ ਤਾਂ ਸਮਝਾਵਨ ਬਨ ਹੈ ਮੇਰੋ। ਤਾਂ ਮੇਰਾ ਸਮਝਾਉਣਾ ਬਣਦਾ। ਚਲੋ ਮੈਂ ਵੱਡੇ ਥਾਂ ਜਿੱਦਾਂ ਤੁਸੀਂ ਕਹਿੰਦੇ ਹੋ, ਫਿਰ ਸਮਝਾਉਣਾ ਬਣਦਾ ਹੈ। ਭਲੋ ਬਲੋਕ ਹੋ ਤਾਹੇ ਸੁਭਾਉ। ਤੇ ਮੈਂ ਤਾਂ ਦੇਖਦੀ ਆ ਸੁਭਾਅ ਬਹੁਤ ਚੰਗਾ ਹੈ ਉਹਨਾਂ ਦਾ। ਜਿਹ ਮਹਿ ਰੰਚਕ ਦੋਸ ਨ ਕਾਊ। ਜਿਨ੍ਹਾਂ ਵਿੱਚ ਇੱਕ ਰੰਚਕ ਰੱਤੀ ਜਿੰਨਾ ਵੀ ਕੋਈ ਦੋਸ਼ ਨਹੀਂ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਵਿੱਚ। ਮਹਾ ਸੁਸੀਲੰ ਕਰੁਣਾ ਖਾਨੀ। ਕਿਰਪਾ ਦੇ ਖਜ਼ਾਨੇ ਨੇ, ਤਰਸ ਕਰਦੇ ਨੇ, ਦਇਆ ਕਰਦੇ ਹਨ। ਮੇਰੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਤੋਂ ਮਹਾਨ ਦਾਨੀ ਹਨ, ਸੋ ਨਰਮ ਸੁਭਾਅ ਵਾਲੇ ਹਨ। ਅਸਨ ਬਸਨ ਰੰਕਨ ਕੋ ਦਾਨੀ। ਹੁਣ ਦੇਖੋ ਕੀ ਕਰਦੇ ਨੇ ਭਾਈ, ਗਰੀਬਾਂ ਨੂੰ ਭੋਜਨ ਦਿੰਦੇ ਨੇ, ਗਰੀਬਾਂ ਨੂੰ ਵਸਤਰ ਦਿੰਦੇ ਹਨ। ਪਰ ਦੁਖ ਪਿਖ ਨਹਿ ਜਾਤ ਸਹਾਰਾ। ਪਰਾਏ ਦਾ ਦੁੱਖ ਵੇਖ ਕੇ ਗੁਰੂ ਨਾਨਕ ਸਾਹਿਬ ਤੋਂ ਸਹਾਰਿਆ ਨਹੀਂ ਜਾਂਦਾ ਹੈ। ਸੁਖ ਦਾਨੀ ਜਿਉ ਬ੍ਰਿਖ ਉਪਕਾਰਾ। ਜਿਸ ਤਰ੍ਹਾਂ ਕੋਈ ਬ੍ਰਿਕਸ਼ ਜਿਹੜਾ ਫਲਦਾਰ ਬ੍ਰਿਕਸ਼ ਹੁੰਦਾ ਹੈ, ਜਿਵੇਂ ਉਹ ਉਪਕਾਰ ਕਰਦਾ ਹੈ, ਤੇਵੇਂ ਹੀ ਗੁਰੂ ਨਾਨਕ ਸਾਹਿਬ ਜੀ ਪਰ ਉਪਕਾਰ ਕਰਦੇ ਹਨ। ਆ ਤਪ ਤਪਤੰ ਸਿਰ ਪਰ ਲੇਤਾ। ਦੇਖੋ ਜਿਹੜਾ ਬ੍ਰਿਕਸ਼ ਹੈ, ਬ੍ਰਿਕਸ਼ ਤੋਂ ਭਾਵ ਹੁੰਦਾ ਫਲਦਾਰ ਜਿਹੜਾ ਦਰਖਤ ਹੈ, ਸੋ ਕਹਿੰਦੇ ਨੇ ਉਹ ਹੁਣ ਧੁੱਪ ਛਾਂ ਸਭ ਆਪਣੇ ਉੱਪਰ ਸਹਾਰਦਾ ਹੈ। ਕਰ ਛਾਇਆ ਪੰਖੀ ਸੁਖ ਦੇਤਾ। ਤੇ ਆਪਣੀ ਛਾਂ ਕਰਕੇ ਪੰਛੀਆਂ ਨੂੰ ਸੁਖ ਦਿੰਦਾ ਹੈ। ਇਉ ਕਰਕੇ ਨਿਜ ਹਾਥ ਕਮਾਈ। ਇਉਂ ਧੰਨ ਗੁਰੂ ਨਾਨਕ ਸਾਹਿਬ ਆਪਣੇ ਧਰਮ ਦੀ ਹੱਥਾਂ ਦੀ ਕਮਾਈ ਕਰਦੇ ਹਨ। ਸਭ ਸੰਤਨ ਕੋ ਦੇਤ ਖਵਾਈ। ਤੇ ਜੇ ਸੰਤਾਂ ਮਹਾਂਪੁਰਸ਼ਾਂ ਨੂੰ ਖਵਾ ਦਿੰਦੇ ਹਨ, ਇਹ ਕਿਹੜਾ ਮਾੜਾ ਕੰਮ ਹੈ। ਮਨਹੁ ਭਗਤ ਨਿਜ ਧਰਿਓ ਸਰੂਪਾ। ਮਾਨੋ ਕਿ ਇਹ ਤਾਂ ਭਗਤੀ ਨੇ ਨਿਤ ਜਾਂ ਭਗਤਾਂ ਨੇ ਰੂਪ ਧਾਰਿਆ ਹੈ। ਕਿਦੋਂ ਗਿਆਨ ਤਨ ਕੀਨ ਅਨੂਪਾ। ਜਾਂ ਇਉਂ ਸਮਝੋ ਕਿ ਗਿਆਨ ਨੇ ਹੀ ਆਪਣਾ ਰੂਪ ਗੁਰੂ ਨਾਨਕ ਦਾ ਧਾਰਨ ਕੀਤਾ ਹੋਇਆ ਹੈ। ਜੇ ਕੋ ਨੀਕੇ ਕਰਮਨ ਲਾਗਾ। ਦੇਖੋ ਮਾਸੀ ਜੀ, ਜੇ ਕੋਈ ਚੰਗੇ ਕਰਮ ਕਰਦਾ ਹੋਵੇ ਨਾ, ਤਿਨ ਹੋ ਰਹਿ ਸੋ ਹੋਤ ਕੋ ਭਾਗਾ। ਤੇ ਜਿਹੜਾ ਉਸ ਨੂੰ ਚੰਗੇ ਕੰਮਾਂ ਤੋਂ ਰੋਕੇ ਨਾ, ਉਹ ਮਾੜੇ ਭਾਗਾਂ ਵਾਲਾ ਗਿਣਿਆ ਜਾਂਦਾ ਹੈ। ਧਨ ਭਾਗ ਤੁਮ ਕਰੇ ਵਿਧਾਤਾ। ਤੁਹਾਡੇ ਤਾਂ ਪਰਮੇਸ਼ਵਰ ਨੇ ਵੱਡੇ ਭਾਗ ਬਣਾਏ ਹਨ। ਜਿਨ ਕੋ ਐਸੋ ਬਨਿਓ ਜਮਾਤਾ। ਜਿਹਨਾਂ ਨੂੰ ਇਹੋ ਜਿਹਾ ਜਵਾਈ ਮਿਲਿਆ ਹੈ। ਗੁਰੂ ਨਾਨਕ ਸਾਹਿਬ ਇਹੋ ਜਿਹੇ ਸੰਬੰਧ ਬਣਿਆ ਤੁਹਾਡੇ ਨਾਲ। ਅਨਕ ਕੁਲਨ ਕੋ ਕਰਹਿ ਉਧਾਰਾ। ਇਹ ਤਾਂ ਤੁਸੀਂ ਯਾਦ ਰੱਖੋ, ਤੁਹਾਡੀਆਂ ਅਨੇਕਾਂ ਕੁਲਾਂ ਦਾ ਉਧਾਰ ਕਰਨਾ ਹੈ ਮੇਰੇ ਸਤਿਗੁਰਾਂ ਨੇ। ਸਾਤ ਰੂਪ ਕੀਏ ਨਾਸ ਵਿਕਾਰਾ। ਜਿਨ੍ਹਾਂ ਨੇ ਵਿਕਾਰ ਨਾਸ ਕੀਤੇ ਹਨ, ਸ਼ਾਂਤ ਚਿੱਤ ਨੇ, ਸ਼ਾਂਤੀ ਰੂਪ ਹਨ ਗੁਰੂ ਸਾਹਿਬ ਜੀ। ਜਾ ਕੇ ਸਰਸ ਉਦਾਰ ਨ ਕੋ। ਜਿਨ੍ਹਾਂ ਵਰਗਾ ਦਾਤਾ ਕੋਈ ਨਹੀਂ, ਵੱਡੇ ਦਿਲ ਵਾਲਾ, ਖੁੱਲੇ ਦਿਲ ਵਾਲਾ, ਉਦਾਰ ਚਿੱਤ ਕੋਈ ਨਹੀਂ ਹੈ। ਪਸਰਿਓ ਸੋ ਜਸ ਸਰਬ ਦੁਖ ਖੋਊ। ਤੋ ਜਿਨ੍ਹਾਂ ਦਾ ਜਸ ਸਾਰੇ ਫੈਲਿਆ ਵੀ ਸਾਰਿਆਂ ਦੇ ਦੁੱਖ ਦੂਰ ਕਰਦੇ ਹਨ ਸਤਿਗੁਰੂ ਜੀ। ਕਬਹਿ ਨ ਘਾਟਾ ਲੇਖੇ ਆਵਾ। ਤੇ ਜਦੋਂ ਵੀ ਹਿਸਾਬ ਕੀਤਾ, ਹੁਣ ਬਾਰ-ਬਾਰ ਇਹੋ ਹੀ ਤੁਸੀਂ ਕਹਿੰਦੇ ਹੋ ਵੀ ਫਜ਼ੂਲ ਧੰਨ ਮਹਾਰਾਜ ਉਜਾੜਦੇ ਨੇ, ਕਹਿੰਦੇ ਜਦੋਂ ਹਿਸਾਬ ਹੁੰਦਾ ਕਦੇ ਘਾਟਾ ਤੇ ਪਿਆ ਨਹੀਂ। ਮੇਰੇ ਸਤਿਗੁਰੂ ਪਾਤਸ਼ਾਹ ਦਾ ਵਾਧਾ ਹੀ ਹੁੰਦਾ ਹੈ। ਅਨਕ ਵਾਰ ਬਾਧੋ ਬਹੁ ਪਾਵਾ। ਅਨੇਕ ਵਾਰ ਹਿਸਾਬ ਕੀਤੇ ਨੇ, ਮਹਾਰਾਜ ਨੇ ਬਹੁਤਾ ਆਪਣਾ ਵਾਧਾ ਹੀ ਪਾਇਆ ਹੈ। ਪੁਨ ਤੁਮ ਭਾਖਤ ਸੁਤਾ ਹਮਾਰੀ। ਫਿਰ ਦੂਸਰੀ ਗੱਲ ਤੁਸੀਂ ਕਹੀ ਹੈ ਕਿ ਜੋ ਤੁਹਾਡੀ ਸੁਪੁੱਤਰੀ ਹੈ, ਸਰਬ ਬਾਤ ਤੇ ਰਹਿਤ ਦੁਖਾਰੀ। ਭਈ ਸਾਰੀਆਂ ਗੱਲਾਂ ਤੋਂ ਦੁਖੀ ਰਹਿੰਦੀ ਹੈ। ਕਹੀਏ ਕੌਣ ਪਦਾਰਥ ਹੀਨੀ। ਤੂੰ ਦੱਸ
ਮਾਸੀ ਵੀ ਤੇਰੀ ਪੁੱਤਰੀ ਜਿਹੜੀ ਕਿਹੜੇ ਪਦਾਰਥ ਤੋਂ ਸਖਣੀ ਖਾਲੀ ਜਾਂ ਕਿਹੜੇ ਚੀਜ਼ ਦੀ ਕਮੀ ਹੈ ਉਸ ਨੂੰ, ਜਾਂ ਤੇ ਦੁਖੀ ਸੁਤਾ ਨਿਜ ਚੀਨੀ, ਜਿਸ ਕਰਕੇ ਤੁਸੀਂ ਦੇਖਦੇ ਹੋ ਤੁਹਾਡੀ ਪੁੱਤਰੀ ਦੁਖੀ ਹੈ। ਸਰਬ ਵਸਤ ਭਰਾਤਾ ਨੇ ਦੀਨੀ, ਮੇਰੇ ਭਰਾ ਨੇ ਸਭ ਵਸਤੂਆਂ ਦਿੱਤੀਆਂ ਹੋਈਆਂ ਨੇ, ਖਰਚਨ ਖਾਨ ਅਟੁੱਟ ਹੈ ਕੀਨੀ, ਖਾਨ ਖਰਚਣ ਦਾ ਟੋਟਾ ਕੋਈ ਨਹੀਂ ਰੱਖਿਆ, ਅਤੋਟ ਪਦਾਰਥ ਦਿੱਤੇ ਹੋਏ ਨੇ, ਨਾਨਾ ਅਸਨ ਬਸਨ ਬਹੁ ਦੀਨੇ, ਅਨੇਕ ਪ੍ਰਕਾਰ ਦੇ ਭੋਜਨ ਵਸਤਰ ਹਰ ਵਸਤੂ ਦਿੱਤੀ ਹੈ ਘਰ ਵਿੱਚ, ਸੁੰਦਰ ਭੂਖਨ ਭੂਖਤ ਕੀਨੇ, ਸੋਹਣੇ ਸੋਹਣੇ ਸੁੰਦਰ ਤੋਂ ਸੁੰਦਰ ਗਹਿਣੇ ਕਢਾ ਕਰਕੇ ਦਿੱਤੇ ਨੇ ਸ਼ੌਂਕ ਪੂਰਾ ਕਰਨ ਵਾਸਤੇ, ਏਕ ਫਿਕਰ ਕੋ ਜ਼ਿਕਰ ਨ ਕੋ, ਤੇ ਕਦੇ ਵੀ ਤੁਹਾਡੀ ਇਸ ਪੁੱਤਰੀ ਨੂੰ ਕਿਸੇ ਚੀਜ਼ ਦਾ ਫਿਕਰ ਨਹੀਂ ਹੈ, ਕਿਸੇ ਇੱਕ ਚੀਜ਼ ਦਾ ਵੀ ਫਿਕਰ ਗੁਰੂ ਨਾਨਕ ਸਾਹਿਬ ਨੇ ਰੱਖਿਆ ਨਹੀਂ ਹੈ। ਚਾਹੇ ਜੋ ਹੋਏ ਪੁਚਾਵ ਹੈ ਸੋ, ਤੋ ਕਹਿੰਦੇ ਨੇ ਜਿਹੜੀ ਚੀਜ਼ ਦੀ ਇੱਛਾ ਹੈ ਉਹ ਕਹਿ ਕੇ ਦਿਖਾਵੇ ਜਾਂ ਦੱਸੋ ਕਿਹੜੀ ਚੀਜ਼ ਦੀ ਕਮੀ ਹੈ। ਬਿਨਾ ਦੋਖ ਤੁਮ ਕਰਹੁ ਖਵਾਰਾ, ਤੁਸੀਂ ਬਿਨਾਂ ਹੀ ਦੋਸ਼ ਤੋਂ ਕਹਿੰਦੇ ਸਾਨੂੰ ਖਰਾਬ ਕਰਦੇ ਹੋ। ਮਾਸੀ ਜੀ ਜਰਾ ਖਿਆਲ ਕਰੋ। ਤੋ ਕਿਆ ਚੱਲ ਹੈ ਹਮਰੋ ਚਾਰਾ, ਤੇ ਜਦੋਂ ਹੁਣ ਤੁਸੀਂ ਕਹਿੰਦੇ ਸਾਰਾ ਕੁਝ ਹੁੰਦੇ ਆ ਸੁਣਦੇ ਆ, ਜੇ ਤੁਸੀਂ ਹੁਣ ਸਾਨੂੰ ਖੁਆਰ ਮਾੜਾ ਕਹੋ ਤੇ ਦੱਸੋ ਸਾਡਾ ਕੀ ਯਤਨ ਹੈ। ਸਵਾਲ ਕੀਤਾ ਹੈ ਮਾਸੀ ਤੇ। ਸੁਨ ਮਾਸੀ ਅਸਮਝਸ ਗਾਥਾ, ਦੇਖ ਮਾਸੀ ਇਹ ਜਿਹੜੀ ਕਥਾ ਨਾ ਅਸਮੰਜਸ, ਇਹ ਅਣਬਣੀ ਹੈ, ਉਲਟ ਪੁਲਟ ਹੈ। ਹਮ ਬੋਲਹਿਤ ਜੇ ਤੁਮਰੇ ਸਾਥਾ, ਦੇਖ ਜੇ ਮਾਸੀ ਜਿੱਦਾਂ ਤੁਸੀਂ ਬੋਲਦੇ ਆ, ਜੇ ਤੁਹਾਡੇ ਸਾਹਮਣੇ ਅਸੀਂ ਬੋਲੀਏ ਅਣਬਣੀ ਗੱਲ ਹੈ, ਦੁਨੀਆ ਤਮਾਸ਼ਾ ਦੇਖੇ। ਅਸੀਂ ਨਹੀਂ ਚਾਹੁੰਦੇ ਭਈ ਅਸੀਂ ਤੁਹਾਡੇ ਮੂਹਰੇ ਬੋਲੀਏ। ਅਸ ਬਚ ਸੁਨ ਕਰ ਚੰਦੋ ਰਾਨੀ, ਇਉਂ ਜਿਸਲੇ ਬਚਨ ਬੇਬੇ ਨਾਨਕੀ ਦੇ ਸੁਣੇ ਚੰਦੋ ਰਾਣੀ ਜੀ ਨੇ, ਭਈ ਤੂਸਨੀ ਆਏ ਨ ਬਾਨੀ, ਹੁਣ ਚੁੱਪ ਹੋ ਗਈ, ਕਿਹੜੀ ਗੱਲ ਦਾ ਜਵਾਬ ਦੇਵੇ। ਬੇਬੇ ਜੀ ਨੇ ਸੋ ਸ਼ਾਂਤੀ ਪੂਰਵਕ ਬਚਨ ਕੀਤੇ ਹਨ, ਹੁਣ ਅੱਗੇ ਕੋਈ ਸਵਾਲ ਨਹੀਂ ਹੈ, ਚੁੱਪ ਹੋ ਗਏ ਹਨ। ਜਿਉ ਤਗ ਆਗੇ ਅਗ ਅਰਗਾਈ, ਕਵੀ ਜੀ ਕਹਿੰਦੇ ਨੇ ਜਿਸ ਤਰ੍ਹਾਂ ਕਿਸੇ ਬ੍ਰਹਮ ਗਿਆਨੀ ਦੇ ਮੂਹਰੇ ਕੋਈ ਅਗਿਆਨੀ ਸਵਾਲ ਕਰੇ ਤੇ ਮੁੜ ਕੇ ਇਹਨੂੰ ਸਵਾਲ ਆਵੇ ਨਾ, ਇਉਂ ਚੰਦੋ ਰਾਣੀ ਬੇਬੇ ਨਾਨਕੀ ਜੀ ਦੇ ਸਾਹਮਣੇ ਚੁੱਪ ਹੋ ਗਈ ਹੈ। ਉੱਤਰ ਬਾਤ ਨ ਆਵਤ ਕਾਈ, ਹੁਣ ਜਵਾਬ ਨਹੀਂ ਆਉਂਦਾ ਕਿਸੇ ਗੱਲ ਦਾ। ਬੇਬੇ ਜੀ ਨੇ ਸਵਾਲ ਕੀਤਾ, ਹੁਣ ਕੋਈ ਜਵਾਬ ਨਹੀਂ ਹੈ। ਲੱਜਤ ਹੋਏ ਸੁਤਾ ਢਿਗ ਆਈ, ਹੁਣ ਸ਼ਰਮਿੰਦੀ ਹੋ ਗਈ ਵੀ ਐਵੇਂ ਮੈਂ ਜਾ ਕਰਕੇ ਤੇ ਗੁਰੂ ਨਾਨਕ ਤੇ ਦੋਸ਼ ਲਾਏ, ਐਵੇਂ ਮੈਂ ਫਿੱਕਾ ਬਚਨ ਬੋਲਿਆ, ਕੀ ਪੱਲੇ ਪਿਆ। ਇਉਂ ਜਾਣ ਕਰਕੇ ਸ਼ਰਮਿੰਦੀ ਹੋ ਕਰਕੇ ਆਪਣੀ ਪੁੱਤਰੀ ਕੋਲ ਚਲੀ ਗਈ ਹੈ। ਬੈਸ ਬਦਨ ਤੇ ਗਿਰਾ ਅਲਾਈ, ਤੇ ਕੋਲ ਬੈਠ ਕਰਕੇ ਸਾਡੇ ਮਾਤਾ ਸੁਲੱਖਣੀ ਜੀ ਨੂੰ ਕਹਿੰਦੇ ਹਨ, ਦੋਹਰਾ ਸੁਨ ਤਨ ਜਾ ਹਉ ਜਾ ਜਾਏ ਕੈ ਆਗੇ ਤੋਰ ਨਨਾਨ, ਦੇਖ ਪੁੱਤਰੀ ਤੇਰੀ ਨਨਾਣ ਦੇ ਕੋਲ ਜਾ ਕਰਕੇ ਮੈਂ ਉਪਾਲੰਬ ਬਹੁ ਬਿਦ ਕਹੇ ਤਾਕੂ ਦੁਖੀ ਪਰਮਾਨ, ਤੋ ਇਸ ਪ੍ਰਕਾਰ ਮੈਂ ਬੜੇ ਹੀ ਉਲਾਮੇ ਦਿੱਤੇ ਹਨ ਤੈਨੂੰ ਦੁਖੀ ਦੇਖ ਕਰਕੇ। ਚਉਪਈ ਸਾਚੋ ਉਤਰ ਤਿਸਨੇ ਦੀਨੋ, ਪਰ ਜਿੰਨਾ ਕੁਛ ਤੂੰ ਦੱਸਿਆ ਨਾ ਸਾਰੇ ਮੈਂ ਉਲਾਮੇ ਦਿੱਤੇ, ਪਰ ਉਹਨਾਂ ਦੇ ਯੋਗ ਸੱਚੇ ਉੱਤਰ ਜਵਾਬ ਦਿੱਤੇ ਹਨ ਉਹਨਾਂ ਨੇ। ਮੁਝ ਬੋਲਨ ਤੇ ਤੂਸਨ ਕੀਨੋ, ਮੈਨੂੰ ਤਾਂ ਬੋਲਣ ਤੋਂ ਚੁੱਪ ਕਰਾ ਦਿੱਤਾ, ਕਿਸੇ ਗੱਲ ਦਾ ਜਵਾਬ ਹੀ ਨਹੀਂ ਆਇਆ ਫਿਰ ਮੈਨੂੰ। ਉੱਤਰ ਉਰ ਮੈਂ ਫੁਰਿਓ ਨਾ ਕੋ, ਤਾਂ ਮੈਨੂੰ ਕੋਈ ਵੀ ਗੱਲ ਅੱਗੇ ਕਹਿਣ ਨੂੰ ਜਿਹੜੀ ਹੈ ਉਹ ਫੁਰੀ ਨਹੀਂ ਹੈ। ਹੀਨ ਪਦਾਰਥ ਭਾਖੋ ਸੋ, ਤੋ ਉਹ ਤਾਂ ਕਹਿੰਦੇ ਨੇ ਵੀ ਜਿਹੜੇ ਪਦਾਰਥ ਤੋਂ ਕਮੀ ਹੈ, ਹੀਨ ਪਦਾਰਥ ਜਾਂ ਜਿਹੜਾ ਪਦਾਰਥ ਘਰ ਵਿੱਚ ਨਹੀਂ ਹੈ ਸਾਨੂੰ ਦੱਸੋ। ਸੁਨੀ ਸੁਲੱਖਣੀ ਅਸ ਬਿਦ ਬਾਨੀ, ਤੋ ਜਗਤ ਮਾਤਾ ਸੁਲੱਖਣੀ ਜੀ ਨੇ ਇਉਂ ਬਚਨ ਸੁਣੇ ਜਦੋਂ, ਕਹਿਣ ਲੱਗੀ ਹੈ ਮਾਤ ਸਿਆਣੀ, ਕਹਿਣ ਲੱਗੇ ਮਾਤਾ ਤੂੰ ਸਿਆਣੀ ਹੈ, ਦੇਖ ਸੁਣੋ। ਅਸਨ ਬਸਨ ਭੂਖਨ ਬਰ ਜੇਤੇ, ਜਿੰਨੇ ਵੀ ਕਹਿੰਦੇ ਨੇ ਭਾਈ ਬਸਤਰ ਨੇ, ਖਾਣੇ ਹਨ, ਗਹਿਣੇ ਹਨ, ਘਰ ਵਿੱਚ ਜੋ ਵੀ ਪਦਾਰਥ ਹਨ, ਸਰਬ ਪ੍ਰਕਾਰ ਦਏ ਮੁਝ ਤੇਤੇ, ਉਹ ਗੱਲ ਸੱਚੀ ਹੈ, ਸਭ ਮੈਨੂੰ ਦਿੱਤੇ ਹੋਏ ਹਨ। ਅਵਰ ਵਸਤ ਕੀ ਕਮੀ ਨਾ ਮੋਕੋ, ਤੇ ਹੋਰ ਵੀ ਕਿਸੇ ਗੱਲ ਦੀ ਮੈਨੂੰ ਕੋਈ ਕਮੀ ਨਹੀਂ ਰੱਖੀ ਹੈ ਜੀ। ਹਿਰਦੇ ਜੋ ਦੁਖ ਸੋ ਭਾਖਤ ਤੋਕੋ, ਪਰ ਜਿਸ ਗੱਲ ਦਾ ਮੈਨੂੰ ਦੁੱਖ ਹੈ ਤੁਹਾਨੂੰ ਮੈਂ ਦੱਸਦੀ ਹਾਂ। ਕਬਹਿ ਪ੍ਰੀਤ ਕਰ ਆਏ ਨ ਸਦਨਾ, ਕਦੇ ਵੀ ਜਿਵੇਂ ਘਰ ਵਿੱਚ ਆਣ ਕੇ ਕਦੇ ਵੀ ਪ੍ਰੇਮ ਨਹੀਂ ਕੀਤਾ ਮੇਰੇ ਨਾਲ, ਉਹਨਾਂ ਨੇ ਪ੍ਰੇਮ ਨਾਲ ਬਚਨ ਨਹੀਂ ਕੀਤਾ ਕੋਈ। ਮੁਝ ਸੋ ਬੋਲਿਓ ਬਹਿਸ ਨ ਬਦਨਾ, ਕਦੇ ਵੀ ਹੱਸ ਕੇ ਮੇਰੇ ਨਾਲ ਬਚਨ ਨਹੀਂ ਬੋਲੇ। ਮੇਰੇ ਸਤਿਗੁਰੂ ਪਾਤਸ਼ਾਹ ਤਾਂ ਸਦਾ ਹੀ ਇੱਕ ਰਸ ਰਹਿੰਦੇ ਹਨ। ਹਿਰਦੇ ਮਨੋਰਥ ਕਿਸ ਢਿਗ ਭਾਖੋਂ, ਹੁਣ ਜੋ ਮੇਰੇ ਮਨ ਵਿੱਚ ਕੋਈ ਮਨੋਰਥ ਹੈ
ਜਾਂ ਫੁਰਨਾ ਹੈ ਸੰਕਲਪ, ਕਿਹਨੂੰ ਆਖਾਂ ਮੈਂ? ਜਿਸ ਸੋ ਕਹੈ ਆਪਣੇ ਦੁਖ ਨਾਖੋਂ, ਜਿਸ ਨੂੰ ਕਹਿ ਕੇ ਆਪਣੇ ਮੈਂ ਦੁੱਖ ਜਿਹੜੇ ਨੇ ਦੂਰ ਕਰਾਂ। ਨਿਤ ਪ੍ਰਤ ਚਿੰਤਾ ਮਾਹੇ ਬਿਤਾਊ, ਇਸ ਵਾਸਤੇ ਕਹਿੰਦੇ ਮੈਂ ਚਿੰਤਾ ਵਿੱਚ ਰਹਿੰਦੀ ਹੈ। ਸਾਧ ਸੰਗਤ ਜੀ ਦੇਖੋ ਕੈਸਾ ਨਕਸ਼ਾ ਸਾਡੇ ਸਾਹਮਣੇ ਹੈ ਕਿ ਮਨੁੱਖ ਨੂੰ ਜੇ ਪਰਮੇਸ਼ਵਰ ਨੇ, ਗੁਰੂ ਸਾਹਿਬ ਨੇ ਸਭ ਕੁਝ ਵੀ ਦਿੱਤਾ ਹੋਵੇ ਤੇ ਫਿਰ ਵੀ ਮਨੁੱਖ ਆਪਣੇ ਮਨ ਦੇ ਫੁਰਨਿਆਂ ਦੇ ਨਾਲ ਹੀ ਆਪੇ ਹੀ ਦੁਖੀ ਰਹਿੰਦਾ ਹੈ। ਤਾਂ ਇਹ ਸਾਹਮਣੇ ਸਾਡੇ ਸਾਰਾ ਪੇਸ਼ ਹੈ। ਨਿਜ ਬੇਦਨ ਜੀਅਰ ਤਪਤਾਊ, ਇਸ ਵਾਸਤੇ ਆਪਣੇ ਬੇਦਨ, ਆਪਣੇ ਮਨ ਦੀ ਪੀੜ ਦੇ ਨਾਲ ਮੈਂ ਆਪਣੇ ਆਪ ਨੂੰ ਦੁਖੀ ਕਰਦੀ ਹਾਂ। ਦੋਹਰਾ ਸੁਨਤ ਸੁਤਾ ਬਚ ਮਰਮ ਕੇ, ਇਸ ਪ੍ਰਕਾਰ ਭੇਦ ਦੇ ਬਚਨ ਦੇ ਦਿਲ ਦੇ ਜਿਹੜੇ ਨੇ, ਸੋ ਇਸ ਪ੍ਰਕਾਰ ਸੁਣ ਕਰਕੇ ਸੋ ਉਹਨਾਂ ਦੇ ਮਾਤਾ ਜੀ ਨੇ ਗਈ ਨਾਨਕੀ ਪਾਸ, ਫਿਰ ਦੁਬਾਰਾ ਬੇਬੇ ਨਾਨਕੀ ਜੀ ਦੇ ਕੋਲ ਗਏ। ਚੰਦੋ ਰਾਣੀ ਜੀ ਸਰਬ ਬ੍ਰਿਥਾ ਵਰਣਨ ਕਰੀ, ਸਾਰੀ ਗੱਲਬਾਤ ਜਿਹੜੀ ਹੈ, ਹਾਲਤ ਸੀ ਜਾਂ ਦੁੱਖ ਸੀ, ਦੱਸਿਆ ਜਾ ਕੇ। ਨੀਕੀ ਰੀਤ ਪ੍ਰਕਾਸ਼, ਸੋਹਣੇ ਢੰਗ ਨਾਲ ਜਾ ਕੇ ਗੱਲਬਾਤ ਕੀਤੀ, ਪ੍ਰਗਟ ਕੀਤੀ ਹੈ। ਚਉਪਈ ਕਹਿ ਨਾਨਕੀ ਮਾਸੀ ਸੁਣੀਏ, ਤੋ ਕਹਿੰਦੇ ਨੇ ਹੁਣ ਬੇਬੇ ਨਾਨਕੀ ਜੀ, ਰਾਏ ਬੁਲਾਰ, ਬੇਬੇ ਨਾਨਕੀ, ਭਈਆ ਜੈ ਰਾਮ ਜੀ, ਇਹਨਾਂ ਨੇ ਸਾਹਿਬ ਗੁਰੂ ਨਾਨਕ ਸਾਹਿਬ ਜੀ ਦੇ ਸਹੀ ਸਰੂਪ ਨੂੰ ਪਛਾਣਿਆ ਹੋਇਆ ਔਰ ਇਹ ਗਿਆਨਵਾਨ ਨੇ, ਔਰ ਇਹਨਾਂ ਦਾ ਮਨ ਅਡੋਲ ਨਿਸ਼ਚੇ ਦੇ ਸਹਿਤ ਗੁਰੂ ਨਾਨਕ ਤੇ ਟਿਕਿਆ ਹੋਇਆ ਹੈ। ਹੁਣ ਜਿਸ ਵੇਲੇ ਸੋ ਇਸ ਪ੍ਰਕਾਰ ਜਾ ਕਰਕੇ ਬੇਬੇ ਨਾਨਕ ਜੀ ਦੇ ਕੋਲ ਪਹੁੰਚੇ ਹਨ ਤਾਂ ਦੇਹ ਸੁਭਾਏ ਨਿਸਠੁਰ ਬਹੁ ਜਾਨੀਏ, ਤੇ ਇਸ ਪ੍ਰਕਾਰ ਸੋ ਬੇਬੇ ਜੀ ਸਮਝਾਉਂਦੇ ਨੇ, ਕਹਿੰਦੇ ਨੇ ਦੇਖੋ ਸੋ ਇਹ ਤੁਹਾਡੀ ਸਪੁੱਤਰੀ ਦਾ ਸੁਭਾਅ ਬੜਾ ਕਰੜਾ ਹੈ। ਕਰੋ ਅਵਾਹਨ ਹਉ ਕਿਹ ਕਾਲਾ, ਦੇਖੋ ਮਾਸੀ ਜੇ ਕਿਸੇ ਵੇਲੇ ਜੇ ਮੈਂ ਪ੍ਰੇਮ ਨਾਲ ਬੁਲਾਉਂਦੀ ਆ ਨਾ ਆਪਣੇ ਕੋਲ, ਨਹਿ ਆਵਹਿ ਤਿਹ ਜਾਂ ਬਿਦ ਚਾਲਾ, ਉਸ ਦੀ ਇਹ ਚਾਲ ਤਰੀਕਾ ਇਹ ਹੈ ਵੀ ਜੇ ਮੈਂ ਬੁਲਾਵਾਂ ਤਾਂ ਵੀ ਮੇਰੇ ਕੋਲ ਨਹੀਂ ਆਉਂਦੀ ਹੈ। ਜੇ ਆਵਹਿ ਨਿਜ ਸਹਿਜ ਸੁਭਾਈ, ਤੇ ਜੇ ਸੁਤੇ ਸੁਭਾ ਕਿਤੇ ਆ ਵੀ ਜਾਵੇ ਮੇਰੇ ਪਾਸ ਤਾਂ ਮਨਹੁ ਕ੍ਰੋਧ ਸੋ ਕਰਤ ਲੜਾਈ, ਤੇ ਗੁੱਸੇ ਨਾਲ, ਕ੍ਰੋਧ ਨਾਲ ਆਣ ਕੇ ਤੇ ਮੇਰੇ ਨਾਲ ਲੜਾਈ ਕਰੇਗੀ। ਦੱਸ ਮੈਂ ਕੀ ਦੱਸਾਂ ਉਸ ਨੂੰ? ਹਉ ਉਰ ਲਖ ਕਰ ਲਗ ਪਰਜਾਈ, ਤੇ ਮੈਂ ਜਾਣਦੀ ਹਾਂ ਛੋਟੇ ਥਾਂ ਮੇਰੀ ਭਰਜਾਈ ਆ, ਇਉਂ ਜਾਣ ਕੇ ਕਰੋ ਤੂਸਨੀ ਸਮਾਂ ਬਿਤਾਈ, ਤੇ ਮੈਂ ਚੁੱਪ ਕਰਕੇ ਸਮਾਂ ਗੁਜ਼ਾਰ ਲੈਂਦੀ ਆ, ਜੋ ਕਹਿੰਦੀ ਮੈਂ ਸੁਣ ਲੈਂਦੀ ਹਾਂ। ਸੁਭ ਖਤਰੀ ਕੀ ਤਨੀਆਂ ਕਰਕੇ, ਕਿਉਂਕਿ ਚੰਗੇ ਖੱਤਰੀਆਂ ਦੇ ਚੰਗੇ ਘਰਾਣੇ ਦੀ ਬੇਟੀ ਹੈ। ਕਸ ਨਾ ਬਦਨ ਤੇ ਕਹੂੰ ਵਿਚਾਰ ਕੇ, ਮੈਂ ਵਿਚਾਰ ਕਰਕੇ ਇਸ ਗੱਲ ਨੂੰ ਤੇ ਮੈਂ ਕੋਈ ਮੂੰਹ ਤੋਂ ਕੋਈ ਮਾੜੀ ਗੱਲ ਕਹਿੰਦੀ ਨਹੀਂ ਹਾਂ ਉਹਨਾਂ ਨੂੰ। ਕਲਪਾ ਕਹਿ ਸਾਦਰ ਬੈਸਾਊ, ਬੜੇ ਮਿੱਠੇ ਬਚਨ ਬੋਲ ਕੇ ਪ੍ਰੇਮ ਦੇ ਨਾਲ ਆਪਣੇ ਕੋਲ ਬਿਠਾਉਂਦੀ ਹਾਂ, ਪਿਆਰ ਕਰਦੀ ਹਾਂ। ਹਰਖਤ ਰਹੇ ਦੇਖ ਸੁਖ ਪਾਊ, ਤੇ ਮੈਂ ਮਨ 'ਚ ਸੋਚਦੀ ਹਾਂ ਜੇ ਇਹ ਖੁਸ਼ ਰਹੇ ਤੇ ਮੈਨੂੰ ਸੁਖ ਹੁੰਦਾ ਹੈ। ਦੋਹਰਾ ਸੁਨ ਚੰਦੋ ਰਾਨੀ ਕਹਿਓ, ਚੰਦੋ ਰਾਣੀ ਨੇ ਸਾਰੀਆਂ ਗੱਲਾਂ ਸੁਣੀਆਂ। ਸੁਣ ਕਰਕੇ ਬੇਬੇ ਨਾਨਕ ਜੀ ਨੂੰ ਕਹਿੰਦੇ ਹਨ ਅੱਗੋਂ, ਪਤ ਜੇ ਭਨਹਿ ਸੁਭ ਬੈਨ, ਜੇ ਪਤੀ ਦੇਵ ਕੋਈ ਚੰਗੇ ਗੱਲ ਕਹਿਣ ਤਾਂ ਹੀਨ ਬਸਨ ਭੂਖਨ ਤੀਆ, ਤੇ ਔਰਤ ਭਾਵੇਂ ਬਸਤਰਾਂ ਤੋਂ ਵੀ ਘੱਟ ਹੋਣ, ਭੋਜਨ ਬਿਸ਼ੱਕ ਘੱਟ ਹੋਵੇ, ਤਦਪ ਸੁਖ ਦਿਨ ਰੈਨ, ਤਾਂ ਉਹਨੂੰ ਦਿਨੇ ਰਾਤ ਸੁਖ ਹੁੰਦਾ। ਜਿਵੇਂ ਬਾਣੀ 'ਚ ਵੀ ਗੁਰੂ ਸਾਹਿਬ ਨੇ ਬਚਨ ਕੀਤੇ ਹਨ, ਰੂਖੋ ਭੋਜਨ ਭੂਮ ਸੈਨ ਸਖੀ ਪ੍ਰੇ ਸੰਗ ਸੁਖ ਬਿਹਾਤ, ਸੋਰਠਾ ਨਾਹਿਨ ਬਦਨ ਸਨਮਾਨ, ਜੇ ਮੁਖ ਤੋਂ ਸੋ ਪਤੀ ਸਤਕਾਰ ਨਾ ਦੇਵੇ ਪਤਨੀ ਨੂੰ, ਅਵਰ ਪਦਾਰਥ ਹੋਏ ਸਭ, ਭਾਵੇਂ ਸਾਰੇ ਪਦਾਰਥ ਘਰ ਵਿੱਚ ਹੋਣ, ਜਲ ਬਿਨ ਜਿਉ ਘਨ ਜਾਨ, ਤੇ ਇਉਂ ਜਾਣੋ ਜਿਵੇਂ ਬੱਦਲ ਤਾਂ ਹੋਣ ਭਮੀ ਪਾਉਣੀ ਨਾ, ਬਾਦ ਹੋਣ ਤਿਨ ਕੋ ਤਥਾ, ਤੇ ਉਹ ਬੱਦਲਾਂ ਦਾ ਹੋਣਾ ਹੀ ਜਿਹੜਾ ਵਿਅਰਥੀ ਹੈ। ਇਸ ਵਾਸਤੇ ਇੰਜ ਸਮਝੋ ਤੁਸੀਂ, ਚਉਪਈ ਕਬ ਨਾ ਸਦਨ ਮਹਿ ਬਦਨ ਦਿਖਾਵਹਿ, ਸਾਹਿਬ ਗੁਰੂ ਨਾਨਕ ਸਾਹਿਬ ਘਰ ਵਿੱਚ ਦਰਸ਼ਨ ਹੀ ਨਹੀਂ ਦਿੰਦੇ ਹਨ ਆਣ ਕੇ, ਨਿਸ ਬਾਸਰ ਸਭ ਬਾਹਰ ਬਿਤਾਵਹਿ, ਦਿਨ ਰਾਤ ਮਹਾਰਾਜ ਬਾਹਰ ਹੀ ਗੁਜ਼ਾਰਦੇ ਹਨ। ਨਹਿ ਬੋਲਤ ਤਿਹ ਸੋ ਕਬ ਆਈ, ਆਣ ਕੇ ਕਦੇ ਵੀ ਘਰ ਵਿੱਚ ਉਹਨਾਂ ਨਾਲ ਬੋਲਦੇ ਨਹੀਂ ਹਨ। ਮਨ ਸਮਝੋ ਆਪਣੇ ਪਰਥਾਈ, ਤੇ ਤੁਸੀਂ ਆਪਣੇ ਨਾਲ ਦੇਖੋ, ਆਪਣੇ ਪਰਥਾਏ ਸੋਚ ਕੇ ਦੇਖੋ, ਜੇ ਤੁਹਾਡੇ ਨਾਲ ਇਦਾਂ ਹੋਵੇ ਤਾਂ ਸੁਨ ਪੁਨ ਭਨਤ ਨਾਨਕੀ ਬਾਣੀ, ਬੇਬੇ ਨਾਨਕੀ ਜੀ ਨੇ ਗੱਲ ਸੁਣ ਲਈ ਹੈ
ਤਾਂ ਫਿਰ ਅੱਗੋਂ ਜਵਾਬ ਦਿੰਦੇ ਹਨ, ਮ੍ਰਿਦਲ ਮਦਰ ਗੁਣ ਗਨ ਜਨ ਖਾਨੀ। ਮਾਨੋ ਕਿ ਜਿਵੇਂ ਗੁਣਾਂ ਦਾ ਖਜ਼ਾਨਾ ਤੇ ਮਿੱਠੇ ਬਚਨਾਂ ਦੇ ਸਹਿਤ ਬੋਲਦੇ ਹਨ। ਏ ਮਾਸੀ ਤੂੰ ਸਭ ਬਿਦ ਸਾਚੀ। ਦੇਖ ਮਾਸੀ, ਠੀਕ ਹੈ, ਤੂੰ ਸਭ ਤਰੀਕਿਆਂ ਨਾਲ ਸੱਚੀ ਹੈ, ਇਹ ਗੱਲ ਠੀਕ ਹੈ ਤੇਰੀ। ਤਬ ਤਨੀਆ ਭੀ ਸਾਚ ਉਬਾਚੀ। ਤੇ ਤੇਰੀ ਸਪੁੱਤਰੀ ਵੀ ਜੋ ਕੁਛ ਵੀ ਕਹਿੰਦੀ ਹੈ ਆਪਣੇ ਥਾਂ ਤੇ ਉਹ ਵੀ ਸੱਚੀ ਹੈ। ਤਦਪ ਅਸ ਪ੍ਰਕਾਰ ਸਮਝਾਈਐ। ਪਰ ਦੇਖ ਜੁਗਤੀ ਤੈਨੂੰ ਹੁਣ ਮੈਂ ਦੱਸਦੀ ਹਾਂ, ਆਪਣੀ ਪੁੱਤਰੀ ਨੂੰ ਇਉਂ ਸਮਝਾ ਜਾ ਕੇ, ਹੋਏ ਦੀਨ ਮਨ ਸੇਵ ਕਮਾਈਐ। ਉਹਨੂੰ ਕਹੋ ਵੀ ਆਪਣੇ ਮਨ ਵਿੱਚੋਂ ਵੱਡਾ ਪੁਣਾ ਛੱਡ ਦੇਵੇ। ਦੀਨ ਗਰੀਬ ਬਣ ਕੇ, ਅਧੀਨ ਬਣ ਕੇ, ਸੇਵਕ ਬਣ ਕਰਕੇ ਸੇਵਾ ਕਮਾਵੇ ਪਤੀ ਪਰਮੇਸ਼ਰ ਦੀ। ਪਰਖੋਤਮ ਹੋਵੇ ਸੇਨ ਅਧੀਨਾ। ਕਿਉਂਕਿ ਜਿਹੜੇ ਉੱਤਮ ਪੁਰਸ਼ ਹੁੰਦੇ, ਭਲੇ ਲੋਕ ਹੁੰਦੇ ਨੇ, ਉਹ ਸੇਵਾ ਦੇ ਨਾਲ ਹੀ ਅਧੀਨ ਵਸ ਹੁੰਦੇ ਹਨ। ਇਉ ਭਾਖਤ ਹੈ ਗੁਨੀ ਪਰਬੀਨਾ। ਇਹ ਜੋ ਵੀ ਸਿਆਣੇ ਲੋਕ ਨੇ, ਗੁਣੀ ਲੋਕ ਨੇ, ਉਹ ਇਹੋ ਹੀ ਸਿੱਖਿਆ ਦਿੰਦੇ ਹਨ। ਹੋਵੇ ਪ੍ਰਸੰਨ ਦੀਨਨ ਪਰ ਦਇਆਲਾ। ਤੇ ਕਿਉਂਕਿ ਫਿਰ ਵੱਡੇ ਲੋਕ ਗਰੀਬਾਂ ਦੇ ਉੱਤੇ ਹੀ ਦਇਆ ਕਰਕੇ ਖੁਸ਼ ਹੁੰਦੇ ਆ। ਕਬ ਨਾ ਮਿਟਾਵਹਿ ਬਿਰਥੀ ਘਾਲਾ। ਕਦੇ ਵੀ ਕਿਸੇ ਦੀ ਕੀਤੀ ਹੋਈ ਘਾਲ ਨੂੰ ਵਿਅਰਥ ਨਹੀਂ ਗਵਾਉਂਦੇ ਹਨ। ਤਾਂ ਹੀ ਸਾਹਿਬ ਗੁਰੂ ਨਾਨਕ ਪਾਤਸ਼ਾਹ ਨੇ ਬਾਣੀ ਵਿੱਚ ਬਚਨ ਕੀਤੇ ਨੇ, ਕਹਿੰਦੇ ਨੇ ਬਿਨ ਸੇਵਾ ਫਲ ਕਬੂ ਨਾ ਪਾਵਸ, ਸੇਵਾ ਕਰਨੀ ਸਾਰੀ। ਸਭ ਤੋਂ ਵੱਡੀ ਭਗਤੀ ਹੈ ਜੋ ਸੇਵਾ ਕਰਨੀ ਹੈ। ਹਾਥ ਬੰਦ ਹੋਂ ਭੀ ਤਿਹ ਕਰ ਕਹਿਹੂੰ। ਤੋ ਕਹਿੰਦੇ ਨੇ ਬੇਬੇ ਜੀ ਵੀ ਹੱਥ ਜੋੜ ਕੇ ਮੈਂ ਵੀ ਬੇਨਤੀ ਕਰਾਂਗੀ। ਉਰ ਮਹਿ ਡਰਤ ਸਦਾ ਹੀ ਰਹਿਹੂੰ। ਪਰ ਦੇਖੋ ਗੁਰੂ ਨਾਨਕ ਸਾਹਿਬ ਨੂੰ ਮੈਂ ਹੱਥ ਜੋੜ ਕੇ ਬੇਨਤੀ ਤਾਂ ਕਰਾਂਗੀ, ਪਰ ਹਮੇਸ਼ਾ ਮੇਰੇ ਮਨ 'ਚ ਭੈ ਹੈ, ਮੈਂ ਡਰਦੀ ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ। ਦੋਹਰਾ ਤੁਮ ਜਾਣੋਗੇ ਭਰਾਤ ਕੋ। ਤੁਸੀਂ ਕਹਿੰਦੇ ਮਾਸੀ ਗੱਲ ਸੁਣ, ਤੂੰ ਇਹ ਸੋਚਦੀ ਹੋਵੇਂਗੀ ਭਈ ਆਪਣੇ ਭਰਾ ਨੂੰ ਕਰਤ ਸੋ ਜਸ ਹਮ ਪਾਸ। ਭਈ ਤੁਹਾਡੇ ਕੋਲ ਆਪਣੇ ਭਰਾ ਦਾ ਜਸ ਕਰੀ ਜਾਂਦੀ ਹੈ, ਤੁਸੀਂ ਮੈਨੂੰ ਇਉਂ ਸਮਝਦੇ ਹੋਵੋਗੇ। ਹਉ ਨਾ ਲਖੋਂ ਸੋਦਰ ਤਿਸੈ। ਬੇਬੇ ਜੀ ਕਹਿੰਦੇ ਦੇਖੋ ਮਾਸੀ, ਮੈਂ ਕਦੇ ਵੀ ਗੁਰੂ ਨਾਨਕ ਸਾਹਿਬ ਨੂੰ ਮੈਂ ਆਪਣਾ ਭਰਾ ਨਹੀਂ ਸਮਝਿਆ। ਮੈਂ ਕਦੇ ਵੀ ਸੰਸਾਰਕ ਰਿਸ਼ਤਾ ਨਹੀਂ ਰੱਖਿਆ ਗੁਰੂ ਸਾਹਿਬ ਦੇ ਨਾਲ। ਤਿਸੈ ਪਰਮੇਸ਼ਰ ਸੰਕਾਸ। ਮੈਂ ਤਾਂ ਗੁਰੂ ਨਾਨਕ ਸਾਹਿਬ ਨੂੰ ਪਰਮੇਸ਼ਵਰ ਦੇ ਬਰਾਬਰ ਸਮਝਦੀ ਹਾਂ, ਵੀ ਮੇਰਾ ਪਰਮੇਸ਼ਰ ਹੀ ਇਹ ਹੈ। ਮੈਂ ਤਾਂ ਪਰਮੇਸ਼ਰ ਕਰਕੇ ਪੂਜਦੀ ਹਾਂ, ਕਦੇ ਭਰਾ ਕਰਕੇ ਨਹੀਂ ਜਾਣਿਆ ਮੈਂ ਆਪਣੇ ਗੁਰੂ ਨਾਨਕ ਸਾਹਿਬ ਜੀ ਨੂੰ। ਚਉਪਈ ਨਿਸ਼ਚੈ ਸਤ ਜਨੁ ਮਨ ਮਾਸੀ। ਮਾਸੀ ਦੂਸਰੀ ਗੱਲ, ਇਹ ਗੱਲ ਨਿਸ਼ਚਾ ਕਰ ਲੈ, ਅੱਜ ਤੋਂ ਵਿਸ਼ਵਾਸ ਕਰ, ਸੱਚ ਕਰਕੇ ਜਾਣ ਲੈ। ਸਰਬ ਵਿਕਾਰ ਕੀਨ ਜਿਨ ਨਾਸੀ। ਗੁਰੂ ਨਾਨਕ ਮੇਰੇ ਭਰਾ ਵਿੱਚ ਕਿਸੇ ਕਿਸਮ ਦਾ ਕੋਈ ਵਿਕਾਰ ਨਹੀਂ ਹੈ। ਪਰਮੇਸ਼ਰ 'ਚ ਵਿਕਾਰ ਕੀ ਹੋਣਾ ਹੈ? ਸੰਤ ਸਰੂਪ ਜੋ ਕਹੈ ਸੰਪੂਰਨ। ਸੰਤ ਰੂਪ ਨੇ। ਦੂਸਰੀ ਗੱਲ ਹੈ ਤੇ ਤੈਨੂੰ ਮੈਂ ਦੱਸਦੀ, ਜੋ ਬਚਨ ਕਹਿਤਾ ਗੁਰੂ ਨਾਨਕ ਨੇ ਉਹ ਪੂਰਾ ਹੋ ਜਾਣਾ ਹੈ, ਔਰ ਹੁੰਦਾ ਹੈ। ਇਸ ਵਾਸਤੇ ਮੇਰੇ ਨਾਲ ਤੇ ਤੂੰ ਇਉਂ ਕਰ ਲਿਆ, ਜੇ ਕਿਤੇ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਗੱਲ ਕੀਤੀ, ਕੋਈ ਬਚਨ ਕਰ ਦਿੱਤਾ ਨਾ ਉਹਨਾਂ ਨੇ, ਤੇ ਸੱਚ ਹੋ ਜਾਣਾ। ਇਸ ਵਾਸਤੇ ਇਹ ਵਿਸ਼ਵਾਸ ਕਰ, ਸਾਹਿਬ ਗੁਰੂ ਨਾਨਕ ਸਾਹਿਬ ਮੇਰੇ ਪਰਮੇਸ਼ਰ ਹਨ। ਰਹਿਤ ਡਰਤ ਹਮ ਲਖ ਉਰ ਕੂਰਨਾ। ਇਸ ਵਾਸਤੇ ਇਹ ਗੱਲ ਝੂਠੀ ਨਹੀਂ ਹੈ ਜਿਹੜੀ ਕਹੀ ਨਾ। ਸੋ ਸੁਲੱਖਣੀ ਜੀ ਨੇ ਗੱਲ ਵੀ ਸਾਰੇ ਡਰਦੇ ਨੇ, ਕੁਝ ਕਹਿੰਦੇ ਨਹੀਂ, ਇਹ ਗੱਲ ਸੱਚੀ ਹੈ। ਕਹਿੰਦੇ ਝੂਠੀ ਗੱਲ ਨਹੀਂ, ਅਸੀਂ ਡਰਦੇ ਇਸ ਕਰਕੇ ਹਾਂ, ਸੰਤ ਰੂਪ ਨੇ, ਹਿਰਦੇ 'ਚ ਵਿਕਾਰ ਕੋਈ ਨਹੀਂ, ਪਰਮੇਸ਼ਰ ਦਾ ਰੂਪ ਕਰਕੇ ਪੂਜਦੇ ਹਾਂ। ਔਰ ਇਸ ਗੱਲ ਦਾ ਡਰ ਹੈ ਵੀ ਜੋ ਬਚਨ ਕਹਿ ਦਿੱਤਾ ਉਹ ਪੂਰਾ ਹੈ ਉਹਨਾਂ ਦਾ, ਇਸ ਵਾਸਤੇ ਡਰ ਹੈ ਸਾਨੂੰ। ਅਬ ਜਾਵਹੁ ਤੁਮ ਤੇ ਪਛਤਾਤਾ। ਹੁਣ ਠੀਕ ਹੈ, ਤੁਸੀਂ ਮੇਰੇ ਨਾਲ ਵਿਚਾਰਾਂ ਕਰ ਲਈਆਂ, ਤੁਸੀਂ ਹੁਣ ਜਾਓ, ਜਦੋਂ ਸਮਾਂ ਹੋਵੇਗਾ। ਜਬ ਆਵਾਸ ਆਮਹਿ ਸ੍ਰੀ ਭਰਾਤਾ। ਕਿਉਂਕਿ ਤੁਸੀਂ ਜਦੋਂ ਜਾਓਗੇ ਹੁਣ ਬਾਅਦ ਵਿੱਚ, ਅੱਜ ਤੋਂ ਬਾਅਦ ਜਦੋਂ ਮੇਰੇ ਭਰਾਤਾ ਜੀ ਕਿਤੇ ਕਿਰਪਾ ਕਰਨਗੇ, ਆਉਣਗੇ ਮੇਰੇ ਪਾਸ, ਕਰਵਾਵਾਂਗੀ ਬਹੁਤ ਦਿਲਾਸਾ। ਤੇ ਮੈਂ ਉਹਨਾਂ ਕੋਲੋਂ ਤੁਹਾਡੀ ਸਪੁੱਤਰੀ ਨੂੰ ਬਹੁਤ ਦਿਲਾਸਾ, ਹੌਸਲਾ ਦਵਾ ਦਿਆਂਗੀ। ਤਬ ਤਨੀਆ ਕੋ ਨਾਨਕ ਪਾਸਾ। ਤੁਹਾਡੀ ਸਪੁੱਤਰੀ ਨੂੰ ਸਾਹਿਬ ਗੁਰੂ ਨਾਨਕ ਸਾਹਿਬ ਦੇ ਕੋਲੋਂ ਹੌਸਲਾ ਦਵਾਵਾਂਗੀ। ਇਹ ਬਿਦ ਮధుਰ ਬਚਨ ਕਹਿ ਨਾਨਾ। ਅਨੇਕ ਪ੍ਰਕਾਰ ਦੇ ਉਹ ਮਿੱਠੇ ਤੇ ਪਿਆਰ ਵਾਲੇ ਬਚਨ ਕਰਕੇ ਸੀਤਲ ਕਰੀ ਕ੍ਰੋਧ ਭਾਹਾਨਾ। ਤੇ ਉਹਨੂੰ ਮਨ ਸ਼ਾਂਤ ਕੀਤਾ ਚੰਦੋ ਰਾਣੀ ਦਾ। ਹੁਣ ਇਹਦਾ ਕ੍ਰੋਧ ਸ਼ਾਂਤ ਹੋ ਗਿਆ ਹੈ। ਬਹੁਰ ਸਨੇਹ ਸੰਗ ਸੁਖ ਸਾਨੀ। ਫਿਰ ਬੜੇ ਪ੍ਰੇਮ ਦੇ ਨਾਲ, ਸੁਖ ਦੇ ਨਾਲ ਮੇਲ ਮਿਲਾਪ ਕੀਤਾ। ਜੁਗਮ ਪਰਸ ਪਰ ਬੋਲਹਿ ਬਾਣੀ। ਹੁਣ ਦੋਨੋਂ ਬੜੇ ਪ੍ਰੇਮ ਦੇ ਨਾਲ ਬਚਨ ਬੋਲਣ ਲੱਗ। ਹੁਣ ਕੀ ਹੈ?
ਹੁਣ ਤੀਸਰਾ ਤਾਂ ਕੋਈ ਆਇਆ ਨਹੀਂ ਹੈ, ਵਿਚਾਰਾਂ ਹੋਈਆਂ ਨੇ। ਹੁਣ ਪਹਿਲਾਂ ਜਿਹੜੀਆਂ ਵਿਚਾਰਾਂ ਸਨ ਉਹਨਾਂ ਦੇ ਨਾਲ ਹਿਰਦਾ ਤਪਦਾ ਸੀ, ਪਰ ਹੁਣ ਜਿਸ ਵੇਲੇ ਗਿਆਨ ਵਾਲੀ ਵਿਵਸਥਾ, ਭਗਤੀ ਦੇ ਅਵਤਾਰ ਬੇਬੇ ਨਾਨਕ ਜੀ ਨੇ ਜਦੋਂ ਭਗਤੀ ਭਾਵ ਦੇ ਬਚਨ ਸੁਣਾਏ ਨੇ, ਹੁਣ ਹਿਰਦਾ ਸ਼ਾਂਤ ਹੈ। ਹੁਣ ਉਹੀ ਤਪਦੇ ਹਿਰਦੇ ਸ਼ਾਂਤ ਨੇ, ਉਹੀ ਹੁਣ ਵਾਰਤਾਲਾਪ ਬੜੇ ਸੋਹਣੇ ਸਮੇਂ ਦੇ ਵਿੱਚ ਹੋ ਰਿਹਾ ਹੈ। ਉੱਠ ਕਰ ਆਈ ਤਨੀਆਂ ਪਾਸਾ, ਉੱਠ ਕਰਕੇ ਸ਼ਾਂਤ ਹੋ ਕੇ ਆਪਣੀ ਸੁਪੁੱਤਰੀ ਕੋਲ ਆ ਗਈ ਹੈ। ਸਮਝਾਈ ਬਹੁ ਦੀਨ ਦਿਲਾਸਾ, ਤਾਂ ਬੜਾ ਹੌਸਲਾ ਦਿੱਤਾ, ਬੜੇ ਪ੍ਰੇਮ ਦੇ ਬਚਨ ਕਹਿ ਕੇ ਸਮਝਾਇਆ ਹੈ। ਕੰਤ ਤੋਹੇ ਨੀਕੋ ਸੁਭ ਕਰਮੀ, ਦੇਖ ਸੁਪੁੱਤਰੀ ਤੇਰਾ ਪਤੀ ਜਿਹੜਾ ਹੈ ਬਹੁਤ ਨੇਕ ਹੈ, ਸ਼ੁਭ ਕਰਮਾਂ ਦੇ ਕਰਨ ਵਾਲਾ ਹੈ, ਚੰਗੇ ਕਰਮ ਕਰਦਾ ਹੈ। ਪੂਰਬ ਕੋ ਉਦਾਰ ਦਿੜ ਧਰਮੀ, ਫਿਰ ਦੇਖੋ ਪਹਿਲਾਂ ਤੋਂ ਲੈ ਕਰਕੇ ਉਹ ਦਾਤੇ ਨੇ, ਫਿਰ ਧਰਮ ਦੇ ਪ੍ਰਪੱਕ ਨੇ, ਸੋ ਦ੍ਰਿੜ ਧਰਮੀ ਪੱਕੇ ਧਰਮ ਵਾਲੇ ਹਨ ਸਤਿਗੁਰੂ ਜੀ। ਤੂੰ ਨਹਿਰ ਘਰ ਹੁਤੀ ਦੁਲਾਰੀ, ਦੇਖ ਤੂੰ ਪੇਕੇ ਘਰ 'ਚ ਸਾਡੇ ਕੋਲ ਬੜੀ ਲਾਡਲੀ ਰਹੀ ਹੈ। ਨਹਿ ਜਾਣਹਿ ਕਸ ਸੇਵ ਪ੍ਰਕਾਰੀ, ਤੈਨੂੰ ਅਜੇ ਤੱਕ ਆਪਣੇ ਪਤੀ ਦੀ ਸੇਵਾ ਕਰਨ ਦਾ ਅਜੇ ਕੋਈ ਪਤਾ ਨਹੀਂ ਹੈ। ਅਬ ਮਨ ਸਮਝ ਸੇਵ ਪਤ ਕੀਜੈ, ਹੁਣ ਦੇਖ ਮਨ 'ਚ ਸਮਝ ਕਰਕੇ ਤੂੰ ਪਤੀ ਪਰਮੇਸ਼ਰ ਜਾਣ ਕਰਕੇ ਸੇਵਾ ਕਰਿਆ ਕਰ। ਭਲੇ ਰਿਝਾਏ ਸਰਬ ਸੁਖ ਲੀਜੈ, ਤੋ ਭਲੀ ਪ੍ਰਕਾਰ ਸੇਵਾ ਕਰਕੇ ਉਹਨਾਂ ਦੀ ਖੁਸ਼ੀ ਲਾਓ, ਸਭ ਪ੍ਰਕਾਰ ਦੇ ਸੁਖ ਪ੍ਰਾਪਤ ਹੋਣਗੇ। ਪਤ ਕੀ ਸੇਵ ਕਰਤ ਤੀਏ ਜੇਤੀ, ਜਿਤਨੀਆਂ ਵੀ ਬੀਬੀਆਂ ਆਪਣੇ ਪਤੀ ਦੀ ਸੇਵਾ ਕਰਦੀਆਂ ਹਨ, ਸੁਖੀ ਰਹਿਤ ਦਵੈ ਲੋਕਨ ਤੇਤੀ, ਉਹ ਸਾਰੀਆਂ ਹੀ ਦੋਨਾਂ ਲੋਕਾਂ ਵਿੱਚ ਹੀ ਸੁਖੀ ਰਹਿੰਦੀਆਂ ਹਨ। ਸਾਡੇ ਗੁਰੂ ਇਤਿਹਾਸ ਦੇ ਵਿੱਚ ਐਸੇ ਸੋ ਪ੍ਰਸੰਗ ਨੇ। ਮਾਈ ਸੇਵਾ ਵਰਗੀਆਂ ਕਾਬਲ ਵਿੱਚ ਰਹਿਣ ਵਾਲੀਆਂ ਬੀਬੀਆਂ ਨੇ ਗੁਰੂ ਨਾਨਕ ਦੀ, ਗੁਰੂ ਸਾਹਿਬ ਦੀ ਸਿੱਖੀ ਕਮਾਈ। ਤੀਜੇ ਪਾਤਸ਼ਾਹ ਜੀ ਦੇ ਹਜ਼ੂਰ ਕਾਬਲ ਦੇ ਵਿੱਚੋਂ ਸ਼ਕਤੀ ਨਾਲ ਉੱਡ ਕੇ ਆਣ ਕੇ ਸੇਵਾ ਕਰਨੀ, ਸ਼ਕਤੀ ਦੇ ਨਾਲ ਜਾ ਕੇ ਘਰ ਵਿੱਚ ਹਾਜ਼ਰ ਹੋ ਜਾਣਾ, ਤੇ ਇਸ ਪ੍ਰਕਾਰ ਦੀਆਂ ਸ਼ਕਤੀਆਂ ਦੀਆਂ ਮਾਲਕ ਹੋਈਆਂ। ਇੱਕ ਹੋਰ ਸਤੀ ਦਾ ਜ਼ਿਕਰ ਆਇਆ ਸਾਡੇ ਇਤਿਹਾਸ ਵਿੱਚ, ਉਹਦਾ ਨਾਮ ਹੋਇਆ ਅਨਸੂਆ। ਉਹ ਸਤੀ ਵਰਤ ਵਿੱਚ ਕਾਇਮ ਸੀ ਔਰ ਉਸ ਨੇ 6 ਮਹੀਨੇ ਸੂਰਜ ਨਹੀਂ ਸੀ ਚੜ੍ਹਨ ਦਿੱਤਾ। ਐਸੇ ਪ੍ਰਸੰਗ ਨੇ। ਤੋ ਹੁਣ ਬੇਬੇ ਜੀ ਤੋਂ ਜਿਸ ਵੇਲੇ ਗਿਆਨ ਦੀ ਪ੍ਰੇਰਨਾ ਮਿਲੀ ਤਾਂ ਹੁਣ ਉਸ ਗਿਆਨ ਦੇ ਨਾਲ ਪ੍ਰੇਰਿਤ ਹੋ ਕੇ ਆਪਣੀ ਪੁੱਤਰੀ ਜੀ ਨੂੰ ਇਸ ਪ੍ਰਕਾਰ ਚੰਦੋ ਰਾਣੀ ਜੀ ਨੇ ਸਮਝਾਇਆ ਹੈ। ਅਸ ਪ੍ਰਕਾਰ ਕੀ ਸੀਖ ਸਿਖਾਨੀ, ਹੁਣ ਇਹੋ ਜਿਹੀ ਸਿੱਖਿਆ ਜਿਹੜੀ ਹੈ ਉਹ ਜਾ ਕੇ ਆਪਣੀ ਪੁੱਤਰੀ ਨੂੰ ਸਿਖਾਈ ਹੈ। ਕਿਤਕ ਦਿਵਸ ਰਹਿ ਚੰਦੋ ਰਾਨੀ, ਫਿਰ ਕਿੰਨੇ ਕੁ ਦਿਨ ਕੋਲ ਰਹਿ ਕਰਕੇ ਆਪਣੀ ਸੁਪੁੱਤਰੀ ਦੇ ਸੁਖ ਲਿਆ ਹੈ। ਦੋਹਰਾ ਪੁਨ ਜਨਨੀ ਨਿਜ ਨਗਰ ਕੋ, ਫਿਰ ਮਾਤਾ ਜੀ ਚੰਦੋ ਰਾਣੀ ਜੀ ਕਹਿੰਦੇ ਨੇ ਆਪਣੇ ਨਗਰ ਨੂੰ ਪ੍ਰਾਪਤ ਭਈ ਆਵਾਸ, ਆਪਣੇ ਘਰ ਵਿੱਚ ਜਾ ਕੇ ਪ੍ਰਾਪਤ ਹੋਈ ਹੈ। ਭਜ ਸੰਤੋਖ ਸਿੰਘ ਗੁਰ ਚਰਨ, ਤੇ ਕਵੀ ਸੰਤੋਖ ਸਿੰਘ ਕਹਿੰਦੇ ਤੂੰ ਸਾਹਿਬ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਭਜਨ ਕਰਿਆ ਕਰ। ਜਨਮ ਮਰਨ ਕਟ ਫਾਸ, ਆਪਣੇ ਜਨਮ ਮਰਨ ਦੀ ਕਹਿੰਦੇ ਫਾਹੀ ਕੱਟ ਲੈ। ਐਸੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਦਾ ਭਜਨ ਕਰਿਆ ਕਰ, ਧਿਆਨ ਕਰਿਆ ਕਰ, ਗੁਰੂ ਨੂੰ ਯਾਦ ਕਰਿਆ ਕਰ। ਐਸੇ ਪਰਉਪਕਾਰੀ ਪਰਮੇਸ਼ਰ ਰੂਪ ਸਤਿਗੁਰੂ ਪਾਤਸ਼ਾਹ ਜੀ ਦਾ ਸੋ ਭਜਨ ਕਰਕੇ ਜਨਮ ਮਰਨ ਦੀ ਫਾਹੀ ਕੱਟੀ ਜਾਏਗੀ, ਜੀਵਨ ਮੁਕਤੀ ਮਿਲ ਜਾਏਗੀ। ਐਸ ਲੋਕ ਦੇ ਸੁਖ ਪਰਲੋਕ ਦੇ ਸੁਖ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਪ੍ਰਾਪਤ ਹੋਣਗੇ। ਸਤ ਸੰਗਤ ਜੀ, ਇੱਥੇ ਕਵੀ ਜੀ ਨੇ ਇਹ ਧਿਆ ਜਿਹੜਾ ਹੈ ਸੰਪੂਰਨ ਕੀਤਾ ਹੈ। ਅਗਲੇ ਧਿਆ ਦੇ ਵਿੱਚ ਜੋ ਕਥਾ ਹੈ ਕਵੀ ਜੀ ਪ੍ਰਾਰੰਭ ਕਰਨਗੇ, ਅਗਲੇ ਸਮੇਂ ਵਿੱਚ ਗੁਰੂ ਬਖਸ਼ਿਸ਼ ਦੇ ਨਾਲ ਆਪਾਂ ਸਰਵਣ ਕਰ ਸਕਾਂਗੇ। ਗੁਰੂ ਸਾਹਿਬ ਜੀ ਰਹਿਮਤ ਬਖਸ਼ਿਸ਼ ਕਰਨ। ਧੰਨ ਸਾਹਿਬ ਗੁਰੂ ਮਹਾਰਾਜ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦਾ ਵਿਸ਼ਵਾਸ ਚਰਨਾਂ ਦਾ ਨਿਸ਼ਚਾ ਰਾਏ ਬੁਲਾਰ ਨੂੰ ਜਿਸ ਤਰ੍ਹਾਂ ਮਿਲਿਆ, ਬੇਬੇ ਨਾਨਕੀ ਭਈਆ ਜੈ ਰਾਮ ਜੀ ਨੂੰ ਜਿਹੋ ਜਿਹਾ ਵਿਸ਼ਵਾਸ ਗੁਰੂ ਤੇ ਹੈ, ਸਾਡੇ ਹਿਰਦੇ ਵਿੱਚ ਐਸਾ ਪਰਪੱਕ ਵਿਸ਼ਵਾਸ ਹੋਵੇ ਜਿਸ ਦੇ ਧਾਰਨੀ ਹੋ ਕਰਕੇ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹੱਥ ਵਿਆਪੇ ਮੇਲੀ ਦੇ ਬਰਤਾਂ ਦੇ ਪਾਤਰ ਬਣੀਏ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਦੇਹੋ ਸੱਜਣ ਅਸੀਸਣੀਆਂ, ਜੋ ਹੋਵੇ ਸਹਿਬ ਸੋ ਮੇਲ ਦੀ ਦਾਤ ਪ੍ਰਾਪਤ ਹੋਵੇ। ਪੁਨ ਜਨਨੀ ਨਿਜ ਨਗਰ ਕੋ, ਪ੍ਰਾਪਤ ਭਈ ਆਵਾਸ, ਭਜ ਸੰਤੋਖ ਸਿੰਘ ਗੁਰ ਚਰਨ, ਜਨਮ ਮਰਨ ਕਟ ਫਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।